ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾ, ਹਿਰਦੇ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ, ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੱਧੂ ਸਿੱਖ ਸੁਭਾਰਜਾ, ਪ੍ਰੇਮ ਕਰੇ ਮਨ ਮਾਹੇ। ਸ਼੍ਰੀ ਅਰਜਨ ਸਭ ਜਾਣਕਾਰ, ਪਹੁੰਚੇ ਤਿਸ ਘਰ ਮਾਹੇ। ਸੱਧੂ ਸਿੱਖ ਸੁਭਾਰਜਾ, ਪ੍ਰੇਮ ਕਰੇ ਮਨ ਮਾਹੇ। ਸ਼੍ਰੀ ਅਰਜਨ ਸਭ ਜਾਣਕਾਰ, ਪਹੁੰਚੇ ਤਿਸ ਘਰ ਮਾਹੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਮਿਹਰਾਮਤਾਂ ਦਾ ਸਾਗਰ, ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੱਧੂ ਕਰਮ ਨਿਧਾਨ, ਦਇਆ ਦਾਤੇ ਨੇਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜੂਰ ਦੇ ਸਨਮੁਖ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਖੁੱਲੇ ਦਰਸ਼ਨ ਦੀਦਾਰ ਪ੍ਰਾਪਤ ਹੋ ਰਹੇ ਹਨ। ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੁਆਰਾ ਪਾਵਨ ਪਵਿੱਤਰ ਸਤ ਸੰਗਤ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਆਪਾਂ ਮਾਣ ਰਹੇ ਹਾਂ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ, ਜੋ ਲੜੀਵਾਰ ਰੂਪ ਅੰਦਰ ਆਪ ਜੀ ਸ਼ਰਵਣ ਕਰਕੇ ਆਪਣਾ ਸਮਾਂ ਸਫਲਾ ਬਣਾ ਰਹੇ ਹੋ। ਜਥਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਹੈ ਜੀ। ਚੌਜੀ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਜਦੋਂ ਸਾਰੇ ਕੋਈ ਕਾਰਨ ਜੇ ਬਣੇ ਜਾਣ ਲਏ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹ ਬਚਨ ਸਾਡੀ ਮਾਤਾ ਜੀ ਨੂੰ ਕਹੇ ਹੋਏ ਕਿ ਜੇ ਉਹ ਇਹ ਗੁਰਤਾ ਹੈ ਸੋਢੀਆਂ ਵਿੱਚ ਰਹਿ ਤਾਂ ਆਵੇਗੀ, ਪਰ ਬਹੁਤ ਭਾਰੀ ਪਰਖਾਂ ਹੋਣਗੀਆਂ। ਤਾਂ ਉਹ ਸਾਰਾ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਜਾਣ ਕੇ ਯਾਦ ਕਰਕੇ ਵੀ ਇਹ ਵਰਤਾਰਾ ਹੋਣਾ ਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਨੂੰ ਜਾਣ ਦੇ ਤਿਆਰੀ ਕੀਤੇ। ਜਗਤ ਮਾਤਾ ਮਾਤਾ ਗੰਗਾ ਜੀ ਨੂੰ ਬੇਅੰਤ ਧਰਵਾਸ ਦਿੱਤਾ। ਸੱਚੇ ਪਾਤਸ਼ਾਹ ਜੀਆਂ ਆਪਣੇ ਸਾਹਿਬਜ਼ਾਦੇ ਨੂੰ ਨਿਆਣਾ ਨਾ ਸਮਝਣਾ, ਕਦੇ ਬਾਲਕ ਨਾ ਸਮਝਣਾ। ਇਹ ਤਾਂ ਬਹੁ ਪਰਉਪਕਾਰੀ ਮਹਾਂਬਲੀ ਸੂਰਬੀਰ ਯੋਧੇ ਹੋਣਗੇ। ਇਸ ਤਰ੍ਹਾਂ ਹੋਰ ਬੇਅੰਤ ਧਰਵਾਸ ਦਿੱਤਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਵਿਰਾਜਣ ਤੋਂ ਬਾਅਦ ਗੁਰੂ ਕੇ ਮਹਿਲ ਨਾਵੇਂ ਸਥਾਨ ਤੇ ਅੰਮ੍ਰਿਤ ਵੇਲੇ ਜਾਗੇ ਆ। ਪੈਰ ਸਵਾ ਪੈਰ ਰਹਿੰਦੇ ਹਨ। ਸੋਚਾਚਾਰ ਸੂਤ ਇਸ਼ਨਾਨ ਪਾਣ ਕਰਦਿਆਂ ਸੱਚੇ ਪਾਤਸ਼ਾਹ ਜੀ ਮਿਹਰਾਮਤਾਂ ਕਰਦੇ ਹੋਏ ਸੰਗਤ ਨੂੰ ਉਤਾਰ ਰਹੇ ਹੈ। ਹਜ਼ੂਰ ਗਰੀਬ ਨਵਾਜ ਮਹਾਰਾਜ ਜੀਆਂ ਇੱਥੋਂ ਘਰ ਦੇ ਸਾਰੇ ਜਿਹੜਾ ਕੋਈ ਪਰਿਵਾਰ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਹੋਰ ਭਾਈ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਹੋਰ ਜਿਹੜੇ ਸਿਆਣੇ ਸਿੱਖ ਉਹਨਾਂ ਨੂੰ ਮਿਲੇ। ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਸਥਾਨ ਦੇ ਦਰਸ਼ਨ ਦੀਦਾਰ ਕੀਤੇ ਹੈ। ਅਰਦਾਸ ਬੇਨਤੀ ਕਰਕੇ ਪਾਤਸ਼ਾਹ ਜੀ ਨੇ ਫਿਰ ਚਾਲਾ ਪਾਇਆ। 5 ਸਿੱਖ ਮਹਾਰਾਜ ਨੇ ਆਪਣੇ ਹਜ਼ੂਰੀ ਨਾਲ ਲਿਜਾਣ ਵਾਸਤੇ ਰੱਖੇ ਹੈ। ਬਾਬਾ ਬਿਧੀ ਚੰਦ ਹੈ, ਭਾਈ ਪ੍ਰਾਣਾ ਜੀ ਹੈ, ਭਾਈ ਪੈੜਾ ਜੀ ਹੈ, ਭਾਈ ਲੰਗਾ ਜੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਗੁਰਮੁਖ ਨਾਲ ਜਾ ਰਹੇ ਹੈ ਸਤਿਗੁਰਾਂ ਦੇ। ਕੁਝ ਦੂਰੀ ਤੇ ਜਾ ਕੇ ਸੱਚੇ ਪਾਤਸ਼ਾਹ ਦੀਆਂ ਜਿਹੜੀ ਸੰਗਤ ਬਾਕੀ ਉਹ ਸਾਰੀ ਮੋੜ ਦਿੱਤੀ ਹੈ ਤੇ ਜਾ ਰਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਲਾਹੌਰ ਧਰਮ ਦਾ ਪਰਚਮ ਲਹਿਰਾਉਣ ਵਾਸਤੇ। ਨਾਲ ਹੀ ਇੱਕ ਸਿੱਖ ਦੀ ਸ਼ਰਧਾ ਨੂੰ ਫਲ ਪਾਉਣਾ। ਸੱਚੇ ਪਾਤਸ਼ਾਹ ਜੀਆਂ ਜੋ ਬੜੇ ਸਮੇਂ ਤੋਂ ਹਿਰਦੇ ਦੇ ਅੰਦਰ ਪ੍ਰੇਮਾ ਭਾਉ ਭਗਤੀ ਉਡੀਕਾਂ ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਇਹੋ ਜਿਹਾ ਗੁਰਮੁਖ ਭਾਈ ਸੱਧੂ ਇਹਦੇ ਸੱਚੇ ਪਾਤਸ਼ਾਹ ਜੀ ਘਰ ਵਿੱਚ ਜਾਣ ਵਾਸਤੇ, ਇਹਨੂੰ ਵੀ ਨਿਹਾਲ ਕਰਨ ਵਾਸਤੇ ਤੁਰੇ। ਇਹ ਪ੍ਰਸੰਗ ਆਪਾਂ ਕੱਲ ਸ਼ਰਵਣ ਕੀਤਾ ਹੈ। ਅੱਗੇ ਸਾਧ ਸੰਗਤ ਜੀ ਜਿਵੇਂ ਧੰਨ ਧੰਨ ਸਾਹਿਬ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਭਾਈ ਸੱਧੂ ਦੀ ਕੁੱਲੀ ਨੂੰ ਭਾਗ ਲਾਏ। ਉੱਥੇ ਬਾਬਾ ਅਰਥਮਲ ਜੀ ਪਾਤਸ਼ਾਹ ਨੂੰ ਆਣ ਮਿਲੇ ਸਨ। ਉਹ ਸਾਰਾ ਪ੍ਰਸੰਗ ਇਤਿਹਾਸ ਰਾਹੀਂ ਅੱਜ ਆਵੇਗਾ। ਚਿੱਤ ਬਿਰਤੀ ਇਕਾਗਰ ਕਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੱਧੂ ਸਿੱਖਿ ਸਪਾਰ ਜਾ। ਕਵੀ ਜੀ ਅੱਗੇ ਪ੍ਰਸੰਗ ਤੋਰਦੇ ਕਹਿ ਰਹੇ ਹੈ ਕਿ ਭਾਈ ਸੱਧੂ ਜੀ ਗੁਰੂ ਪਾਤਸ਼ਾਹ ਮਹਾਰਾਜ ਦਾ ਸਿਦਕੀ ਸਿੱਖ ਗਰੀਬੜਾ ਤੇ ਨਾਲ ਉਹਦੀ ਪਤਨੀ ਕਹੋ ਜਾਂ ਭਾਈ ਸੱਧੂ ਜੀ ਆਪਣੀ ਪਤਨੀ ਦੇ ਸਮੇਤ ਪ੍ਰੇਮ ਕਰੇ ਮਨ ਮਾਹੇ। ਪ੍ਰੇਮ ਕਰ ਰਹੇ ਹੈ, ਮਨ ਦੇ ਅੰਦਰ ਸਤਿਗੁਰਾਂ ਦੇ ਆਉਣ ਦੀਆਂ ਉਡੀਕਾਂ ਵੀ ਕਰਦੇ ਹਨ। ਸ਼੍ਰੀ ਅਰਜਨ ਸਭ ਜਾਣਕਾਰ। ਤੇ ਇੱਕ ਦਿਨ ਕਵੀ ਜੀ ਕਹਿੰਦੇ ਆ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਇਸ ਗਰੀਬ ਸਿੱਖ ਦੀਆਂ ਅਰਦਾਸਾਂ ਜੋ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸ਼ਾ। ਇਹੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀਆਂ ਨੂੰ ਹਿਰਦੇ ਅੰਦਰ ਜਾਣ ਕੇ ਵੇਖ ਕੇ ਯਾਦ ਕਰਦਾ ਰਿਹਾ ਤੇ ਸਤਿਗੁਰਾਂ ਤੱਕ ਇਹ ਖਬਰ ਪਹੁੰਚੀ ਹੈ ਮਨ ਰਾਹੀਂ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਸਾਰਾ ਇਹਦਾ ਪ੍ਰੇਮ ਹਿਰਦੇ ਅੰਦਰ ਜਾਣ ਕਰਕੇ ਪਹੁੰਚੇ ਤਿਸ ਘਰ ਮਾਹੇ। ਇਸ ਭਾਈ ਸੱਧੂ ਜੀ ਦੇ ਘਰ ਲਾਹੌਰ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਚੌਪਈ ਹੇਰ ਆਨੰਦ ਰੂਪ ਗੁਰ ਕੇਰਾ। ਤੇ ਸਤਿਗੁਰਾਂ ਦਾ ਐਨ ਦਗ ਦਗ ਕਰਦਾ ਸੁੰਦਰ ਸਰੂਪ, ਸੁੰਦਰ ਚਿਹਰਾ ਜਦੋਂ ਭਾਈ ਸੱਧੂ ਜੀਆਂ ਆਣ ਵੇਖਿਆ ਹਜੂਰ ਨੂੰ ਦਰਵਾਜ਼ੇ ਉੱਪਰ ਖੜਿਆਂ ਹੋਇਆਂ ਨੂੰ। ਬੰਦਨ ਕਰੀ ਚਰਨ ਤਿਸ ਬੇਰਾ। ਚਰਨਾਂ ਤੇ ਡਿੱਗ ਕੇ ਪ੍ਰੇਮ ਦੇ ਭਿੱਜੇ ਭਾਈ ਸੱਧੂ ਜੀਆਂ ਨੇ ਸ਼ਰਧਾ ਸਹਿਤ ਜਿਹੜੀ ਬੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਘਟ ਘਟ ਕੇ ਨਿਤ ਅੰਤਰ ਜਾਮੀ। ਹੇ ਸੱਚੇ ਪਾਤਸ਼ਾਹ ਤੁਸੀਂ ਤਾਂ ਘਟਾਂ ਘਟਾਂ ਦੇ ਦਿਲਾਂ ਦਿਲਾਂ ਦੇ ਮਨਾਂ ਮਨਾਂ ਦੇ ਜਾਣਨ ਵਾਲੇ ਹੋ। ਦਾਸ ਕਾਮਨਾ ਪੁਰਹਾ ਸੁਆਮੀ। ਪਾਤਸ਼ਾਹ ਜੀ ਤੁਸੀਂ ਬੜੀ ਦਇਆ ਕੀਤੀ ਆਪਦੇ ਦਾਸ ਦੀ, ਸਿੱਖ ਦੀ, ਸੇਵਕ ਦੀ ਇੱਛਾ ਪੂਰੀ ਅੱਜ ਕਰ ਦਿੱਤੀ ਹੈ। ਪਾਤਸ਼ਾਹ ਸਭ ਰੀਝਾਂ ਪੂਰੀਆਂ ਹੋ ਗਈਆਂ, ਆਪ ਜੀ ਘਰ ਵਿੱਚ ਆਏ ਹੋ। ਤਣੀ ਸਿੱਖ ਧਰਮਸ਼ਾਲਾ ਛੋਰ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਆ ਵੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਦਇਆਲਤਾ। ਵੱਡੇ ਵੱਡੇ ਧਨਾੜ ਵੀ ਛੱਡ ਦਿੱਤੇ ਪਾਤਸ਼ਾਹ ਨੇ ਲਾਹੌਰ ਅੰਦਰ। ਵੱਡੇ ਵੱਡੇ ਜਿਹੜੇ ਕੋਈ ਜਗੀਰਦਾਰ ਸਨ ਵੱਡਿਆਂ ਸਾਰਿਆਂ ਦੇ ਘਰ ਛੱਡ ਕੇ ਤੇ ਧਰਮਸ਼ਾਲਾ ਵੀ ਸੱਚੇ ਪਾਤਸ਼ਾਹ ਨੇ ਛੱਡ ਦਿੱਤੀ ਹੈ। ਭਾਵ ਜਿੱਥੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦਾ ਸਥਾਨ ਬਣਵਾਇਆ ਹੈ, ਆਪਦਾ ਘਰ ਵੀ ਛੱਡ ਦਿੱਤਾ ਤੇ ਧਨਾਡਾਂ ਦੇ ਘਰ ਵੀ ਛੱਡ ਦਿੱਤੇ ਹਨ। ਉਰ ਕੀ ਲਖ ਆਏ ਮੁਰ ਔਰ। ਤੇ ਕੇਵਲ ਭਾਈ ਸੱਧੂ ਜੀ ਦੇ ਹਿਰਦੇ ਦਾ ਪ੍ਰੇਮ ਜਾਣ ਕੇ ਸੱਚੇ ਪਾਤਸ਼ਾਹ ਜੀ ਘਰ ਆ ਗਏ ਹਨ। ਦੀਨ ਬੰਦ ਜਾਹੀ ਤੇ ਕਹੈ। ਇਸ ਕਰਕੇ ਹੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਤੁਹਾਨੂੰ ਦੀਨਾ ਬੰਧੂ ਆਖਿਆ ਜਾਂਦਾ ਹੈ, ਗਰੀਬਾਂ ਨੂੰ ਨਿਵਾਜਣ ਵਾਲੇ ਆਖਿਆ ਜਾਂਦਾ ਹੈ। ਪ੍ਰੇਮ ਬਸੀ ਤੁਮ ਕੋ ਸਭ ਲਹੈ। ਮਹਾਰਾਜ ਸਾਰਾ ਸੰਸਾਰ ਤੁਹਾਨੂੰ ਪ੍ਰੇਮਾਂ ਤੇ ਪ੍ਰੇਮ ਦੀ ਡੋਰ ਦੇ ਵਸ ਵਿੱਚ ਹੋਏ ਹੋਏ ਕਹਿੰਦਾ ਹੈ। ਅੱਜ ਇਸ ਭਾਈ ਸੱਧੂ ਤੁਹਾਡੇ ਸਿੱਖ ਨੇ ਵੀ ਵੇਖ ਲਿਆ ਹੈ ਕਿ ਆਪ ਜੀ ਵਾਕਈ ਪ੍ਰੇਮ ਦੀ ਡੋਰ ਵਿੱਚ ਬੱਧੇ ਹੋ। ਹੱਥ ਜੋਰ ਬਾਹ ਉਸਤਤ ਕਰਕੈ। ਸਤਿਗੁਰਾਂ ਦੇ ਚਰਨਾਂ ਅੰਦਰ ਹੱਥ ਜੋੜ ਕੇ ਭਾਈ ਸੱਧੂ ਜੀ ਬੇਅੰਤ ਉਸਤਤਾਂ ਸੋਭਾ ਮਹਾਰਾਜ ਦੀ ਕਰ ਰਿਹਾ ਹੈ। ਤਰੇ ਉਤਾਰੇ ਔਰ ਮੁਦ ਭਰ ਕੈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਸਤਿਗੁਰਾਂ ਨੂੰ ਇਸ ਭਾਈ ਸੱਧੂ ਨੇ ਹੇਠਾਂ ਆਪਣੇ ਘਰ ਉਤਾਰਾ ਕਰਵਾਇਆ ਮਹਾਰਾਜ ਨੂੰ ਪਾਲਕੀ ਵਿੱਚੋਂ ਤੇ ਆਪਣੇ ਘਰ ਵਿੱਚ ਉਤਾਰਾ ਕਰਵਾ ਕੇ ਭਾਈ ਸੱਧੂ ਬੇਅੰਤ ਖੁਸ਼ ਆਨੰਦ ਸਹਿਤ ਹੈ। ਲੈ ਕਰ ਗਇਓ ਸਦਨ ਕੇ ਅੰਦਰ। ਆਪਣੇ ਘਰ ਦੇ ਅੰਦਰ ਸਤਿਗੁਰਾਂ ਨੂੰ ਲੈ ਕੇ ਗਿਆ ਹੈ। ਨੌਤਨ ਪਲੰਗ ਡਸਾਇਓ ਛੁੰਦਰ। ਤੇ ਨਵਾਂ ਪਲੰਘਾ ਧੰਨ ਗੁਰੂ ਅਰਜਨ ਦੇਵ ਸਾਹਿਬ ਵਾਸਤੇ ਇਸ ਗਰੀਬ ਸਿੱਖ ਨੇ ਆਪਣੇ ਘਰ ਵਿੱਚ ਬਣਵਾ ਕੇ ਰੱਖਿਆ ਹੋਇਆ ਵੀ ਕਦੋਂ ਸੱਚੇ ਪਾਤਸ਼ਾਹ ਜੀ ਮੇਰੇ ਘਰ ਵਿੱਚ ਆਉਣ ਤੇ ਕਦੋਂ ਮੈਨੂੰ ਗਰੀਬ ਨੂੰ ਨਿਵਾਜਣਗੇ, ਮੈਂ ਇਸੇ ਪਲੰਘੇ ਤੇ ਸੱਚੇ ਪਾਤਸ਼ਾਹ ਦਾ ਆਸਣ ਲਵਾਵਾਂ। ਸਤਿਗੁਰੂ ਆਏ ਹੈ, ਉਹ ਨਵਾਂ ਬਣਾਇਆ ਹੋਇਆ ਪਲੰਘਾ ਇਸ ਭਾਈ ਸੱਧੂ ਨੇ
ਮਹਾਰਾਜ ਨੂੰ ਢਾ ਦਿੱਤਾ ਹੈ। ਆਸਤਰਨ ਤੇ ਊਪਰ ਛਾਏ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦੀ ਬਹਿਣ ਵਾਸਤੇ ਸੁੰਦਰ ਆਸਣ ਭਾਵ ਉੱਤੇ ਚੰਗੀਆਂ ਵਿਛਾਉਣੀਆਂ ਚਾਦਰਾਂ ਵਿਛਾਈਆਂ ਹਨ। ਕਰ ਬਿਨਤੀ ਸਤਿਗੁਰੂ ਬਿਠਾਏ। ਤੇ ਬੇਨਤੀਆਂ ਕਰਕੇ ਭਾਈ ਸੱਧੂ ਜੀ ਨੇ ਸਤਿਗੁਰਾਂ ਨੂੰ ਆਖਿਆ, ਪਾਤਸ਼ਾਹ ਜੀ ਲਓ ਕਰੋ ਕਿਰਪਾ, ਇਹ ਆਪ ਸੁੰਦਰ ਪਲੰਘੇ ਉੱਪਰ ਸੱਚੇ ਪਾਤਸ਼ਾਹ ਸੁਭਾਏਮਾਨ ਹੋਵੋ। ਜਥਾ ਸ਼ਕਤ ਕਰ ਅਪਰ ਫਰਸ਼ ਕੋ। ਤੇ ਦੂਜੇ ਸਿੱਖਾਂ ਦੇ ਬਹਿਣ ਵਾਸਤੇ ਜਿੰਨੀ ਕੋਈ ਸ਼ਕਤੀ ਬਲ ਸੀਗਾ, ਭਾਈ ਸਾਹਿਬ ਨੇ ਆਪਣੇ ਘਰ ਵਿੱਚ ਵਿਛਾਉਣੇ ਵਿਛਾ ਦਿੱਤੇ ਆ, ਧਰਤੀ ਉੱਪਰ ਚਾਦਰਾਂ ਵਿਛਾ ਦਿੱਤੀਆਂ ਨੇ। ਸਿੱਖ ਬਿਠਾਏ ਧਾਰ ਹਰਸ਼ ਕੋ। ਮਨ ਵਿੱਚ ਬੜਾ ਹਰਖ ਧਾਰ ਕੇ ਖੁਸ਼ੀਆਂ ਧਾਰ ਕੇ ਭਾਈ ਸੱਧੂ ਜੀਆਂ ਨੇ ਬਾਕੀ ਸਿੱਖਾਂ ਨੂੰ ਵੀ ਪ੍ਰੇਮ ਨਾਲ ਬੇਨਤੀਆਂ ਕਰ ਕਰਕੇ ਬਿਠਾਇਆ ਹੈ। ਔਰ ਸਰਬ ਸੇਵਾ ਕਰਨੀ ਕੇ। ਹੋਰ ਬੜੇ ਤਰ੍ਹਾਂ ਦੀ ਭਾਈ ਸੱਧੂ ਜੀਆਂ ਹਜ਼ੂਰ ਦੀ ਤੇ ਪਾਤਸ਼ਾਹ ਦੇ ਨਾਲ ਆਏ ਸਿੱਖਾਂ ਦੀ ਸੇਵਾ ਕੀਤੀ ਹੈ। ਚਰਨ ਪਖਾਰ ਭਾ ਸਭ ਹੀ ਕੇ। ਸਾਰਿਆਂ ਸਿੱਖਾਂ ਦੇ ਸਾਧ ਸੰਗੀ ਭਾਈ ਸੱਧੂ ਨੇ ਆਪਣੇ ਹੱਥੀਂ ਚਰਨ ਧੋਤੇ ਐ। ਗਦ ਗਦ ਚਾ ਚੜਿਆ ਭਾਈ ਸੱਧੂ ਨੂੰ। ਗੁਰੂ ਜੀ ਤਾਂ ਆਏ ਐ, ਨਾਲ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਵੀ ਲੈ ਕੇ ਆਏ ਆ। 5 ਸਿੱਖ ਨਾਲ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਆਏ ਸਿੱਖਾਂ ਦੀ ਖੁਸ਼ ਹੋ ਕੇ ਸੇਵਾ ਕਰਦਾ ਹੈ। ਪਹਿਲਾਂ ਉਹਨਾਂ ਸਿੱਖਾਂ ਦੇ ਚਰਨ ਧਵਾਉਣਾ ਕੀਤੇ ਐ। ਸ਼੍ਰੀ ਸਤਿਗੁਰ ਕੇ ਚਰਨ ਪਖਾਰੇ। ਫਿਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਵੀ ਚਰਨ ਜਿਹੜੇ ਆਪਣੇ ਹੱਥਾਂ ਦੇ ਨਾਲ ਧੋਣਾ ਕੀਤੇ ਹਨ। ਚਰਣਾ ਅੰਮ੍ਰਿਤ ਕੁਟੰਬ ਮੁਖ ਡਾਰੇ। ਤੇ ਸਾਰੇ ਪਰਿਵਾਰ ਨੇ ਚਰਣਾ ਅੰਮ੍ਰਿਤ ਸੱਚੇ ਪਾਤਸ਼ਾਹ ਜੀਆਂ ਦਾ ਆਪਣੇ ਮੁਖ ਵਿੱਚ, ਕਿਉਂਕਿ ਪਹਿਲੇ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਚਰਣਾ ਅੰਮ੍ਰਿਤ ਦੇ ਕਰਕੇ ਆਪਣੀ ਸਿੱਖੀ ਦੀ ਬਖਸ਼ਿਸ਼ ਕਰਦੇ ਰਹੇ ਹੈ। ਹਜ਼ੂਰ ਸੱਚੇ ਪਾਤਸ਼ਾਹ ਦਾ ਚਰਣਾ ਅੰਮ੍ਰਿਤ ਸਾਰੇ ਪਰਿਵਾਰ ਨੇ ਜਿਹੜਾ ਹੈ ਜਲ ਜਾਣ ਕਰਕੇ, ਪਵਿੱਤਰ ਮੁਕੱਦਰ ਜਾਣ ਕਰਕੇ ਛਕਣਾ ਕੀਤਾ ਹੈ। ਸਰਬ ਸਦਨ ਮਹਿ ਛਿਰਕਨ ਕੀਨਸ। ਸਾਰੇ ਘਰ ਵਿੱਚ ਸੱਚੇ ਪਾਤਸ਼ਾਹ ਦੇ ਚਰਣਾ ਅੰਮ੍ਰਿਤ ਦਾ ਛੱਟਾ ਇਹ ਭਾਈ ਸੱਧੂ ਦੀ ਪਤਨੀ ਦੇ ਰਹੀ ਹੈ। ਭਇਓ ਨਿਹਾਲ ਅਧਿਕ ਫਲ ਲੀਨਸ। ਤੇ ਬੜਾ ਨਿਹਾਲ ਹੋ ਰਿਹਾ ਹੈ। ਸਤਿਗੁਰਾਂ ਦੇ ਆਏ ਦਾ ਇਉਂ ਜਾਪਦਾ ਜਿਵੇਂ ਡਾਢਾ ਮੈਨੂੰ ਫਲ ਪ੍ਰਾਪਤ ਹੋਇਆ ਹੈ। ਕਵੀ ਜੀ ਕਹਿੰਦੇ ਸਿੱਖ ਨੇ ਡਾਢਾ ਫਲ ਪ੍ਰਾਪਤ ਕੀਤਾ ਹੈ, ਸਤਿਗੁਰਾਂ ਦੇ ਚਰਨ ਧਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਭ ਵਿਦ ਕੀ ਸੁਚਤਾ ਤਬ ਕਰੀ। ਫਿਰ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਲਈ ਲੰਗਰ ਤਿਆਰ ਕਰਨ ਵਾਸਤੇ ਭਾਈ ਸੱਧੂ ਜੀਆਂ ਚੰਗੀ ਤਰ੍ਹਾਂ ਸਫਾਈ ਪਵਿੱਤਰਤਾ ਘਰ ਦੀ ਕੀਤੀ ਹੈ। ਲੇਪਣ ਆਦਰ ਰਸੋਈ ਧਰੀ। ਜਿੱਥੇ ਪ੍ਰਸ਼ਾਦਾ ਪਾਣੀ ਬਣਨਾ ਹੈ ਸੰਗਤ ਜੀ, ਉੱਥੇ ਇਹ ਪਰਿਵਾਰ ਨੇ ਰਸੋਈ ਦੇ ਅੰਦਰ ਵੀ ਸੁੰਦਰ ਪੋਚਾ ਜਿਹੜਾ ਫੇਰਨਾ ਕੀਤਾ ਹੈ, ਨਵੀਂ ਮਿੱਟੀ ਗੁੰਦ ਕੇ ਲਾਈ ਹੈ। ਭੋਜਨ ਕਰਨ ਹਾਰ ਇਸ਼ਨਾਨੇ। ਤੇ ਇਸ ਤਰ੍ਹਾਂ ਫਿਰ ਜਿਹੜਾ ਹੈ ਚੰਗਾ ਲੇਪਣ ਰਸੋਈ ਵਿੱਚ ਕੀਤਾ ਹੈ। ਜਿਨ੍ਹਾਂ ਨੇ ਭੋਜਨ ਬਣਾਉਣਾ ਹੈ, ਉਹ ਬਣਾਉਣ ਵਾਲੇ ਜਿਹੜੇ ਆ ਕੋਈ ਸਿੱਖ ਹੈ ਸੱਚੇ ਪਾਤਸ਼ਾਹ ਦੇ ਘਰ ਦਾ, ਜਾਂ ਕੋਈ ਹੋਰ ਵੀ ਜਿਵੇਂ ਉਹ ਸਮੇਂ ਵਿੱਚ ਕੋਈ ਕਾਰਜ ਕਰਨ ਵਾਲੇ ਵੀ ਹੈ। ਤੇ ਇਹ ਪਰਿਵਾਰ ਸਾਰਾ, ਕਿਉਂਕਿ ਪਤਾ ਹੈ ਸੰਗਤ ਬਹੁਤ ਹੋ ਜਾਣੀ ਹੈ, ਜਾਂ ਜਿਹੜੇ ਜਿਹੜੇ ਪਰਿਵਾਰ ਦੇ ਮੈਂਬਰਾਂ ਨੇ ਜੀਆਂ ਨੇ ਇਹ ਮਹਾਰਾਜ ਵਾਸਤੇ ਲੰਗਰ ਤਿਆਰ ਕਰਨਾ ਹੈ ਨਾ, ਕਵੀ ਜੀ ਕਹਿੰਦੇ ਉਹ ਸਾਰਿਆਂ ਨੇ ਇਸ਼ਨਾਨ ਕੀਤਾ ਹੈ। ਪਹਿਲਾਂ ਉਹਨਾਂ ਇਸ਼ਨਾਨ ਸੋਧਿਆ ਵੀ ਸੱਚੇ ਪਾਤਸ਼ਾਹ ਦੇ ਵਾਸਤੇ ਅਸੀਂ ਲੰਗਰ ਤਿਆਰ ਕਰੀਏ। ਸੁਚ ਸੋ ਨੀਰ ਭਇਓ ਪਰ ਆਨੇ। ਤੇ ਨਵਾਂ ਜਲ ਭਾਵ ਤਾਜ਼ਾ ਜਲ ਜਿਹੜਾ ਵਰਤਣਾ ਲੰਗਰ ਵਿੱਚ, ਉਹ ਤਾਜ਼ਾ ਭਰਨਾ ਕੀਤਾ ਹੈ। ਬਾਸਣ ਸਕਲ ਮਾਜ ਕਰ ਬ੍ਰਿੰਦ। ਤੇ ਸਾਰੇ ਬਰਤਨਾਂ ਨੂੰ ਮਹਾਰਾਜ ਦੇ ਛਕਾਉਣ ਵਾਲਿਆਂ ਨੂੰ, ਸਾਰੇ ਬਰਤਨਾਂ ਨੂੰ ਜਿਹੜਾ ਹੈ ਚੱਜ ਨਾਲ ਸੁੱਕ ਮਾਂਜ ਕੀਤੀ ਗਈ ਹੈ, ਉਹਨੂੰ ਸੋਹਣੀ ਤਰ੍ਹਾਂ ਮਾਂਜਣਾ ਕੀਤਾ ਹੈ ਪਰਿਵਾਰ ਵੱਲੋਂ। ਤੋ ਇਹ ਵੇਖ ਲਓ ਸਾਧ ਸੰਗਤ ਜੀ, ਸਤਿਗੁਰਾਂ ਵਾਸਤੇ ਕਿੰਨੀ ਪਵਿੱਤਰਤਾ ਤੇ ਸ਼ਰਧਾ ਸਿੱਖ ਪਰਿਵਾਰ ਇਹ ਭਾਈ ਸੱਧੂ ਜੀ ਦਾ ਵਿਖਾ ਰਿਹਾ ਹੈ। ਬੇਅੰਤ ਸੱਚੇ ਪਾਤਸ਼ਾਹ ਮਹਾਰਾਜ ਦੇ ਆਇਆਂ ਦਾ ਪ੍ਰੇਮ ਚਾਅ ਕਰਦੇ ਹਨ। ਪਾਵਨਤਾ ਕਰ ਤਬਹਿ ਬਿਲੰਦ। ਬਹੁਤ ਡਾਢੀ ਪਵਿੱਤਰਤਾ ਸਾਰੇ ਘਰ ਵਿੱਚ ਕਰਕੇ। ਸੁੰਦਰ ਅੰਨ ਚੂਨ ਗੋਧੂਮ। ਫਿਰ ਸੋਹਣਾ ਅੰਨ ਪ੍ਰਸ਼ਾਦਾ ਤਿਆਰ ਕਰਨਾ ਹੈ, ਤੇ ਗੋਧੂਮ ਨਾਮ ਕਣਕ ਦਾ ਹੈ, ਬਰੀਕ ਕਣਕ ਪਿਸਾਉਣਾ ਕੀਤੀ ਹੋਈ ਹੈ। ਸੂਖਮ ਚਾਵਰ ਤਰ ਸੁਧ ਭੂਮ। ਤੇ ਕਣਕ ਦਾ ਬਰੀਕ ਸੂਖਮ ਆਟਾ ਹੈ, ਤੇ ਘਰ ਵਿੱਚ
ਇਹਨਾਂ ਵਿਰਾਸਤਾਂ ਜੋੜੀਆਂ ਕੁਝ ਜੋ ਬਣਾ ਰਹੇ ਅੱਜ ਲੰਗਰ ਵਿੱਚ ਸੂਖਮ ਚਾਵਰ ਬਰੀਕ ਜਾਤੀ ਦੇ ਜਿਹੜੇ ਸੁੰਦਰ ਚੌਲ ਹਨ ਪਹਿਤ ਬਣਾਈ ਡਾਲ ਤੇ ਮਸਾਲੇ। ਇਸੇ ਤਰ੍ਹਾਂ ਵਧੀਆ ਠੀਕ ਜਗ੍ਹਾ ਤੇ ਰੱਖੇ ਹੋਏ ਉੱਚੇ ਥਾਵੇਂ। ਤੇ ਕਵੀ ਜੀ ਕਹਿੰਦੇ ਸਤਿਗੁਰਾਂ ਦੇ ਵਾਸਤੇ ਇਹ ਪਰਿਵਾਰ ਨੇ ਖੀਰ ਰਿੰਨਾ ਕੀਤੀ ਹੈ, ਹੋਰ ਦਾਲ ਪ੍ਰਸ਼ਾਦੇ ਬਣ ਰਹੇ ਹਨ। ਪਾਇਸ ਪਾਕ ਕੀਨ ਬਿਦ ਨਾਲੇ। ਉਹ ਖੀਰ ਬਣਾਈ ਹੈ ਜਿਹੜੀ ਘਿਓ ਪਾ ਕਰਕੇ ਸੁੰਦਰ ਪਵਿੱਤਰ ਜਿਹੜੀ ਸਤਿਗੁਰਾਂ ਵਾਸਤੇ ਬਣਾਉਣਾ ਕੀਤੀ ਵੈ। ਕ੍ਰਿਤ ਸੋ ਮੇਲ ਬਣਾਇਓ ਨੀਕੋ। ਤੇ ਸੋਹਣਾ ਘਿਓ ਮਿਲਾ ਕਰਕੇ ਇਹਦੀ ਸੁੰਦਰਤਾ ਹੋਰ ਉਗੜ ਆਈ ਹੈ। ਕਰ ਤਿਆਰੀ ਭੋਜਨ ਸਭ ਹੀ ਕੋ। ਸਾਰੀਆਂ ਸੰਗਤਾਂ ਵਾਸਤੇ ਛੇਤੀ ਦੇ ਨਾਲ ਸੁੰਦਰ ਭੋਜਨ ਤਿਆਰ ਕੀਤਾ ਹੈ। ਬਹੁ ਦੀਪਕ ਸਗਰੇ ਕਰ ਕਰੇ। ਤੇ ਚਾਅ ਕਿੰਨਾ ਹੈ, ਕਵੀ ਜੀ ਕਹਿੰਦੇ ਆ ਸਾਰੇ ਘਰ ਦੇ ਦਿਵਾਲੇ ਦੀਵੇ ਜਗਾਉਣਾ ਕੀਤੇ। ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਚਾਅ ਕੀਤਾ ਤੇ ਘਰ ਉੱਪਰ ਦੀਪਮਾਲਾ ਵੀ ਕੀਤੀ ਹੈ। ਚੌਂਕੀ ਨਹੀਂ ਡਸਾਈ ਤਰੇ। ਹਜ਼ੂਰ ਦੇ ਪ੍ਰਸ਼ਾਦਾ ਛਕਣ ਵਾਸਤੇ ਨਵੀਂ ਚੌਂਕੀ ਸਿੱਖਾਂ ਦੇ ਵਿਚਕਾਰ ਢਾਹ ਦਿੱਤੀ ਵੈ। ਹੱਥ ਜੋੜ ਆਗੇ ਹੋਏ ਖਰੇ। ਤੇ ਹੱਥ ਜੋੜ ਕੇ ਸਾਰਾ ਪਰਿਵਾਰ ਭਾਈ ਸੱਧੂ ਜੀ ਵਰਗੇ ਗੁਰਮੁਖ ਸਤਿਗੁਰਾਂ ਦੇ ਅੱਗੇ ਖੜੇ ਹਨ। ਕਹਿਓ ਗੁਰੂ ਜੀ ਭੋਜਨ ਕਰੋ। ਤੇ ਬੇਨਤੀ ਕੀਤੀ ਪਾਤਸ਼ਾਹ ਪ੍ਰਸ਼ਾਦਾ ਤਿਆਰ ਹੈ, ਗਰੀਬ ਨਵਾਜ ਕਿਰਪਾ ਕਰੋ ਮਹਾਰਾਜ, ਇਸ ਸਿੱਖ ਦਾ ਸੇਵਾ ਦਾ ਇਸ ਸਿੱਖ ਨੂੰ ਸੁਭਾਗ ਬਖਸ਼ਿਸ਼ ਕਰੋ, ਮਿਹਰ ਕਰੋ ਗੁਰੂ ਗਰੀਬ ਨਵਾਜ ਜੀ, ਭੋਜਨ ਤਿਆਰ ਹੈ ਸੱਚੇ ਪਾਤਸ਼ਾਹ। ਸੁਣਤ ਉੱਠੇ ਲਖ ਪ੍ਰੇਮ ਕਨੇਰਾ। ਸੁਣ ਕੇ ਉੱਠਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਾਣਿਆ ਕਿ ਸਾਡੇ ਸਿੱਖ ਦੇ ਹਿਰਦੇ ਵਿੱਚ ਬੇਅੰਤ ਪ੍ਰੇਮ ਹੈ। ਚੌਂਕੀ ਪਰ ਬੈਠੇ ਤਿਸ ਬੇਰਾ। ਹਜ਼ੂਰ ਸਿੱਖ ਦੀ ਅਰਦਾਸ ਸੁਣ ਕੇ ਡਾਈ ਹੋਈ ਚੌਂਕੀ ਦੇ ਉੱਪਰ ਸਜ ਗਏ ਹਨ। ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ। ਤੇ ਸੰਗਤ ਨੇ ਜਾਂ ਵਰਤਾਵੇ ਇਸ ਭਾਈ ਗੁਰਸਿੱਖ ਗੁਰਮੁਖ ਨੇ ਜਿਹੜਾ ਹੈ ਧੀਰੇ ਧੀਰੇ ਸਾਰਾ ਜਿਹੜਾ ਵਾ ਅੱਗੇ ਸੰਗਤ ਜਿਹੜੀ ਆਈ ਹੈ ਮਹਾਰਾਜ ਦੇ ਇਹਨਾਂ ਦੇ ਅੱਗੇ ਸੁੰਦਰ ਥਾਲ ਰੱਖਣਾ ਕੀਤੇ ਹਨ। ਭਾਖਿ ਭੋਜ ਲੈ ਹਜ ਅਰ ਚੋਸਾ। ਫਿਰ 4 ਪ੍ਰਕਾਰ ਦੇ ਭੋਜਨ ਬਣੇ ਆ ਸਾਧ ਸੰਗਤ ਜੀ। ਭਖਿ ਇਹ ਭੋਜਨ ਹੁੰਦੇ ਜਿਹੜੇ ਚੱਬ ਕੇ ਖਾਧੇ ਜਾਣ, ਭੁੰਨੀਆਂ ਹੋਈਆਂ ਦਾਲਾਂ, ਇਹ ਜਿਹੜੇ ਚਨੇ ਛੋਲੇ ਆਦਿਕ ਜਾਂ ਇਸ ਤਰ੍ਹਾਂ ਦੇ ਆਦਿਕ ਹੋਰ ਕੁਝ ਬਣੇ ਭੁੰਨੀਆਂ ਹੋਈਆਂ ਵਸਤੂਆਂ ਜਿਹੜੇ ਚੱਬ ਕੇ ਖਾਧੇ ਜਾਣ ਉਹ ਭਖ। ਇਸੇ ਤਰ੍ਹਾਂ ਜਿਵੇਂ ਦਾਲ ਪ੍ਰਸ਼ਾਦਾ ਹੈ ਜੋ ਇਹ ਸਾਧ ਸੰਗਤ ਜੀ ਭੋਜ ਖਵਾਉਂਦਾ ਹੈ। ਇੱਕ ਲੇਹਜ ਹੁੰਦਾ ਹੈ ਜਿਹੜਾ ਲੇਸਦਾਰ, ਜਿਵੇਂ ਕੜੀ ਜਾਂ ਦਹੀਂ ਆਦਿਕ ਹੈ, ਨਾਲ ਜਿਵੇਂ ਅਖੀਰ ਆਦਿਕ ਹੈ, ਇਹਨਾਂ ਨੂੰ ਲੇਜ ਭੋਜਨ ਆਖਿਆ ਜਾਂਦਾ ਹੈ। ਔਰ ਕਵੀ ਜੀ ਕਹਿੰਦੇ ਚੌਥਾ ਭੋਜਨ ਚੋਸਾ ਹੈ, ਜਿਵੇਂ ਆ ਕੁਝ ਫਲ ਹੋਣ ਜਿਹਦੇ ਵਿੱਚ ਅੰਬ ਆਦਿਕ ਚੂਸ ਕੇ ਛਕੇ ਜਾਣ ਵਾਲੇ। ਇਹੋ ਜਿਹੇ 4 ਪ੍ਰਕਾਰ ਦੇ ਭੋਜਨ ਜਿਹੜੇ ਹੈ ਉਹ ਸੁੰਦਰ ਬਣੇ ਹੋਏ ਵੈ। ਤੁਰਸ਼ ਮਧੁਰ ਅਰ ਤਿਕਤ ਸਲਾਨ। ਤੁਰਸਾ ਭਾਵ ਖੱਟਾ ਮਿੱਠਾ ਬਣਿਆ ਹੈ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ। ਇਸ ਤੋਂ ਇਲਾਵਾ ਕੁਝ ਤੇਜ਼ ਮਸਾਲਿਆਂ ਵਾਲੇ ਜਿਹੜੇ ਆ ਤੇ ਸਹਿਤ ਲੂਣ ਦੇ ਜ਼ਾਇਕੇਦਾਰ ਹੋਰ ਬੜੇ ਪਕਵਾਨ ਹਨ। ਆਗੇ ਧਰਿਓ ਗੁਰੂ ਕੇ ਤਾਨ। ਇਹ ਪਰਿਵਾਰ ਨੇ ਸ਼ਰਧਾ ਨਾਲ ਇਹ ਲੰਗਰ ਤਿਆਰ ਕਰਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ ਵੈ। ਹੱਥ ਜੋੜ ਸਨਮੁਖ ਰਹਿ ਖਰੋ। ਭਾਈ ਸੱਧੂ ਜੀ ਜਿੰਨਾ ਸਮਾਂ ਮਹਾਰਾਜ ਜੀ ਪ੍ਰਸ਼ਾਦਾ ਛਕ ਰਹੇ ਹੈ ਤੇ ਭਾਈ ਸੱਧੂ ਜੀ ਸਾਧ ਸੰਗਤ ਜੀ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖੜੇ ਰਹੇ, ਉਹਨਾਂ ਸਮਾਂ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਕਰਦੇ ਹਨ। ਚਾਹਤ ਹੁਕਮ ਸੋ ਸੇਵਾ ਕਰੋ। ਤੇ ਮਹਾਰਾਜ ਕੋਈ ਮੈਨੂੰ ਹੁਕਮ ਕਰਨ ਤੇ ਗਰੀਬ ਨਵਾਜ ਦੀ ਮੈਂ ਕੋਈ ਸੇਵਾ ਕਰਾਂ, ਇਸ ਕਰਕੇ ਖੜਾ ਹੋਇਆ ਹੱਥ ਜੋੜ ਕਰਕੇ। ਸਿੱਖਿਅਨ ਸਹਿਤ ਸ ਕਰਿਓ ਆਹਾਰੇ। ਤੇ ਸਾਰੇ ਸਿੱਖਾਂ ਸਮੇਤ ਸੱਚੇ ਪਾਤਸ਼ਾਹ ਜੀਆਂ ਵੀ ਪ੍ਰਸ਼ਾਦਾ ਛਕਣਾ ਆਰੰਭ ਕਰ ਦਿੱਤਾ ਹੈ। ਤ੍ਰਿਪਤ ਭਏ ਸਭ ਹਾਥ ਪਖਾਰੇ। ਸੋਹਣਾ ਪ੍ਰਸ਼ਾਦਾ ਬਣਿਆ, ਭਾਈ ਸੱਧੂ ਜੀ ਦਾ ਸਤਿਗੁਰਾਂ ਛਕਿਆ, ਸਿੱਖਾਂ ਛਕਿਆ, ਉਪਰੰਤ ਹੱਥ ਧੋ ਲਏ ਹਨ। ਸੱਧੂ ਮਨ ਰਾਖ ਬੇਕਾਰਨ। ਤੇ ਮਹਾਰਾਜ ਨੇ ਸੱਧੂ ਦਾ ਮਾਣ ਰੱਖਣ ਵਾਸਤੇ ਇਹ ਸਿੱਖ ਦਾ ਪ੍ਰੇਮ ਵੇਖ ਕਰਕੇ ਉਹ ਆਖਿਆ ਹੈ। ਸਵਾਦ ਸਰਾਹਤ ਭਲੇ ਆਹਾਰਨ। ਕਿ ਭਾਈ ਸੱਧੂ ਜੀ ਬਹੁਤ ਸੁੰਦਰ ਪਕਵਾਨ ਭਾਈ ਤੁਸਾਂ ਬਣਾਇਆ, ਸਿੱਖਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹੋ। ਗਰੀਬ ਨਵਾਜ ਮਹਾਰਾਜ ਨੇ ਬੜਾ ਵਡਿਆਇਆ, ਬੜੀ ਵਡਿਆਈ ਕੀਤੀ ਹੈ ਇਸ ਪਰਿਵਾਰ ਦੀ, ਇਹਨਾਂ ਦਾ ਮਾਣ ਵਧਾ ਦਿੱਤਾ ਹੈ। ਹੱਥ ਜੋੜ ਕਹਿ ਮੈਂ ਕਿਸ ਲਾਇਕ। ਤੇ ਭਾਈ ਸੱਧੂ ਨਿਮਰਤਾ ਧਾਰਦੇ ਹੋਏ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿੰਦੇ ਆ ਸੱਚੇ ਪਾਤਸ਼ਾਹ
ਗਰੀਬ ਨਵਾਜ, ਮੈਂ ਕਿਸ ਕੰਮ ਦੇ ਜੋਗਾ ਹਾਂ? ਮੈਂ ਕਿਸੇ ਕੰਮ ਵਿੱਚ ਸਮਰੱਥ ਚੰਗਾ ਨਹੀਂ ਹਾਂ। ਦੀਨ ਦਿਆਲ ਤੁਮ ਸਹਿਜ ਸੁਭਾਇਕ। ਇਹ ਤਾਂ ਮਹਾਰਾਜ ਐਵੇਂ ਹੀ ਬਸ ਤੁਹਾਡਾ ਸੁਤੇ ਹੀ ਸੁਭਾਅ ਹੈ ਸੱਚੇ ਪਾਤਸ਼ਾਹ, ਗਰੀਬਾਂ ਨੂੰ ਨਿਵਾਜਣ ਦਾ। ਜਿਮ ਦੁਰਜੋਧਨ ਆਦਿਕ ਤਿਆਗੇ। ਮਹਾਰਾਜ ਜਿਵੇਂ ਪ੍ਰਭੂ ਪਰਮੇਸ਼ਰ ਨੇ, ਕ੍ਰਿਸ਼ਨ ਭਗਵਾਨ ਨੇ ਕਹਿ ਲਓ, ਦੁਰਜੋਧਨ ਵਰਗੇ ਵੱਡੇ ਵੱਡੇ ਰਾਜਿਆਂ ਦੇ ਘਰ ਛੱਡ ਦਿੱਤੇ ਸਨ। ਸਦਨ ਬਿਦਰ ਕੇ ਬਸ ਅਨੁਰਾਗੇ। ਤੇ ਬਿਦਰ ਭਗਤ ਦੇ ਘਰ ਵਿੱਚ ਜਾ ਵਿਰਾਜੇ ਸਨ, ਪ੍ਰੇਮ ਦੇ ਵਸ ਹੋਏ ਹੋਏ। ਸੋ ਬਿਦਾਜ ਭਈ ਮਮ ਸਾਥ। ਅੱਜ ਤਾਂ ਉਹੀ ਵਿਧੀ ਇਸ ਗਰੀਬ ਸਿੱਖ ਨਾਲ ਵੀ ਬਣ ਗਈ ਹੈ। ਇਸ ਗਰੀਬ ਦੇ ਘਰ ਨੂੰ ਭਾਗ ਇਉਂ ਲਾਉਣ ਆ ਗਏ ਹੋ ਸੱਚੇ ਪਾਤਸ਼ਾਹ, ਮੇਰਾ ਤਾਂ ਕਰਨ। ਜਿਵੇਂ ਕ੍ਰਿਸ਼ਨ ਭਗਵਾਨ ਨੇ ਦਾਸੀ ਸੁੱਤ ਬਿਦਰ, ਇਹ ਜਿਹੜਾ ਬਿਦਰ ਭਗਤ ਹੈ, ਉਹਦੇ ਘਰ ਨੂੰ ਭਾਗ ਲਾਏ ਸਨ। ਸਾਧ ਸੰਗਤ ਜੀ, ਉਹ ਜਦੋਂ ਕ੍ਰਿਸ਼ਨ ਭਗਵਾਨ ਜੀ ਗਏ ਸਨ ਤੇ ਇੱਧਰ ਦੁਰਜੋਧਨ ਹੰਕਾਰੀ, ਜਿਹਦੇ ਮਨ ਵਿੱਚ ਘੋੜਿਆਂ ਦਾ, ਹਾਥੀਆਂ ਦਾ ਬੇਅੰਤ ਰਾਜ ਭਾਗ ਦਾ ਗੁਮਾਨ ਹੈ, ਤੇ ਇਹ ਕ੍ਰਿਸ਼ਨ ਭਗਵਾਨ ਜੀ ਬਿਦਰ ਭਗਤ ਦੇ ਘਰ ਵਿੱਚ ਗਏ। ਬਿਲਕੁਲ ਛੋਟਾ ਜਿਹਾ ਕੁੱਲੀ ਬਣੀ ਹੋਈ ਹੈ, ਘਰ ਬਣਿਆ ਹੋਇਆ, ਜਿਹਦੇ ਵਿੱਚ ਬਹਿ ਕਰਕੇ ਕ੍ਰਿਸ਼ਨ ਭਗਵਾਨ ਨੂੰ ਜਿਹੋ ਜਿਹਾ ਉਹਨਾਂ ਛਕਾਇਆ ਉਹੀ ਛਕ ਲਿਆ। ਤੇ ਬਾਅਦ ਵਿੱਚ ਜਿਵੇਂ ਉਹ ਭਗਤ ਕਬੀਰ ਸਾਹਿਬ ਜੀ ਆਖਿਆ ਸੀ, ਖੀਰ ਸਮਾਨ ਸਾਗ ਮੈਂ ਪਾਇਆ, ਤੋ ਖੀਰ ਦੇ ਵਰਗਾ ਅਸੀਂ ਭਗਤ ਦੇ ਘਰੋਂ ਸਾਗ ਛਕ ਕੇ ਆਏ ਹਾਂ। ਭਾਵ ਵੀ ਕਹਿੰਦੇ ਦੁਰਜੋਧਨ ਤੇਰੇ ਕੋਲ ਆਉਂਦੇ ਤੇ ਸਾਰੀ ਰਾਤ ਰਾਜਨੀਤੀ ਦੀਆਂ ਗੱਲਾਂ ਕਰਦਿਆਂ ਲੰਘ ਜਾਣੀ ਸੀ, ਉੱਥੇ ਸਾਰੀ ਰਾਤ ਪਰਮੇਸ਼ਰ ਦੇ ਨਾਮ ਤੇ ਸਿਮਰਨ ਤੇ ਜਾਂ ਉਸ ਪਰਮੇਸ਼ਰ ਦੀ ਵਡਿਆਈ ਕਰਦਿਆਂ ਰਾਤ ਬਤੀਤ ਹੋਈ ਹੈ। ਇਸੇ ਤਰ੍ਹਾਂ ਉਹ ਖੀਰ ਸਮਾਨ ਸਾਗ ਮੈਂ ਪਾਇਆ, ਆਖਿਆ ਕਿ ਖੀਰ ਵਰਗਾ ਸਾਗ ਤੇ ਸਾਗ ਵਰਗਾ ਖੀਰ, ਕਹਿਣ ਤੋਂ ਭਾਵ ਜਿਵੇਂ ਮਿੱਠਾ ਹੁੰਦਾ ਖੀਰ ਵਿੱਚ, ਇਹਨਾਂ ਸਾਗ ਵਿੱਚ ਮਿੱਠਾ ਪਾ ਦਿੱਤਾ, ਪ੍ਰੇਮ ਵਿੱਚ ਬੱਧੇ ਹੋਏ ਦੋਵੇਂ ਪਤੀ ਪਤਨੀ ਨੇ। ਤੇ ਨਾਲ ਜਿਹੜਾ ਸਾਧ ਸੰਗਤ ਦੀ ਖੀਰ ਬਣੀ ਹੋਈ ਸੀ, ਉਹਦੇ ਵਿੱਚ ਜਿਹੜਾ ਸਬਜ਼ੀ ਵਿੱਚ ਕੁਝ ਪਾਈਦਾ, ਲੂਣ ਮਿਰਚ ਮਸਾਲਾ ਪਾ ਦਿੱਤਾ ਸੀ। ਤੋ ਇਸ ਤਰ੍ਹਾਂ ਭਗਵਾਨ ਨੇ ਇੱਕ ਵਾਰੀ ਮੱਥੇ ਵੱਟ ਨਾ ਪਾਇਆ ਤੇ ਛਕ ਕੇ ਆਖਿਆ, ਬਹੁਤ ਆਨੰਦਦਾਇਕ ਜਿਹੜਾ ਹੈ ਇਹ ਤੁਸਾਂ ਕੀਤਾ। ਤੋ ਸਾਧ ਸੰਗਤ ਜੀ, ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਹਿੰਦਾ ਹੈ, ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਉਸੇ ਸਮੇਂ ਵਾਂਗੂ ਅੱਜ ਭਾਗ ਲਾਉਣ ਆ ਗਏ ਹੋ, ਸੋਭਾ ਕਰਦੇ ਹੋ, ਸੋਭਾ ਬਖਸ਼ਦੇ ਇਸ ਗਰੀਬ ਸਿੱਖ ਨੂੰ। ਸਭ ਕੋ ਤਜ ਮਮ ਘਰ ਬਸਨਾਥ। ਸਾਰਿਆਂ ਨੂੰ ਛੱਡ ਛਡਾ ਕੇ ਪਾਤਸ਼ਾਹ ਜੀ ਆਪ ਤਾਂ ਮੇਰੇ ਘਰ ਵਿੱਚ ਆਣ ਵਸੇ ਹੋ। ਰੁਚਿਰ ਚਰਿੱਤਰ ਬਚਿੱਤਰ ਪਵਿੱਤਰ। ਤੁਹਾਡਾ ਸੁੰਦਰ ਮਹਾਰਾਜ ਇੱਕ ਕੌਤਕ ਹੈ, ਬਚਿੱਤਰ ਹੈ ਤੇ ਪਾਵਨ ਪਵਿੱਤਰ ਵੀ ਹੈ। ਕੋ ਕਹਿ ਸਕਹਿ ਆਪ ਕੋ ਚਿੱਤਰ। ਕੌਣ ਕਹਿ ਸਕਦਾ ਹੈ ਸੱਚੇ ਪਾਤਸ਼ਾਹ ਆਪ ਜੀਆਂ ਦੀ ਉਪਮਾ, ਆਪ ਜੀਆਂ ਦੀ ਸੁੰਦਰਤਾ? ਕੋਈ ਨਹੀਂ ਜਾਣ ਸਕਦਾ, ਕੋਈ ਨਹੀਂ ਵਡਿਆਈ ਕਰ ਸਕਦਾ ਹੈ। ਗੁਰ ਪ੍ਰਿਅੰਕ ਪਰ ਪਹੁੰਚੇ ਜਬੈ। ਤੋ ਬੇਨਤੀ ਕਰਕੇ ਹਜ਼ੂਰ ਨੂੰ ਪਲੰਘੇ ਉੱਪਰ ਸਤ ਸੰਗਤ ਜੀ ਇਹ ਭਾਈ ਸੱਧੂ ਜੀਆਂ ਬਿਠਾਲਿਆ ਹੈ। ਭੋਜਨ ਅਚਿਓ ਤ੍ਰਿਆ ਜੁਤ ਤਬੈ। ਤੇ ਫਿਰ ਇਹਨੇ ਆਪ ਮਹਾਰਾਜ ਦੇ ਛਕਣ ਤੋਂ ਤੇ ਸਿੱਖਾਂ ਦੇ ਛਕਣ ਤੋਂ ਬਾਅਦ ਵਿੱਚ ਭੋਜਨ ਛਕਿਆ ਹੈ। ਪੁਨ ਦੰਪਤ ਬਿਜਨਾ ਲੈ ਗਏ। ਫਿਰ ਦੋਵੇਂ ਪਤੀ ਪਤਨੀ ਸੱਚੇ ਪਾਤਸ਼ਾਹ ਵਾਸਤੇ ਇੱਕ ਇੱਕ ਪੱਖਾ ਹੱਥ ਨਾਲ ਚੱਲਣ ਵਾਲਾ ਵੱਡੀ ਪੱਖੀ ਲੈ ਕੇ ਗਏ ਹਨ। ਪਾਉਣ ਪ੍ਰੀਤ ਸੋ ਹਾਂਕਤ ਭਏ। ਤੇ ਬੜੇ ਪ੍ਰੇਮ ਦੇ ਨਾਲ ਪੱਖੀਆਂ ਚੱਲਦੇ ਆ ਸੱਚੇ ਪਾਤਸ਼ਾਹ ਦੇ ਤਾਈ। ਸੁੰਦਰ ਮ੍ਰਿਦੁਲ ਚਰਨ ਕੋ ਗਹਿਕੈ। ਸਤਿਗੁਰਾਂ ਦੇ ਸੋਹਣੇ ਕੋਮਲ ਚਰਨਾਂ ਨੂੰ ਕਦੇ ਪਕੜ ਲੈਂਦੇ ਆ। ਚਾਂਪਤ ਚਾਂਪ ਚਾਰ ਕੋ ਚਹਕੈ। ਤੇ ਬੜਾ ਚਾਅ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਮੁੱਠੀ ਚਾਪੀ ਕਰਨ ਲੱਗ ਜਾਂਦੇ ਆ। ਤੇ ਚਾਕਰੀ ਚਾਹੁੰਦੇ ਆ ਸੱਚੇ ਪਾਤਸ਼ਾਹ ਮਹਾਰਾਜ, ਸਾਨੂੰ ਕੋਈ ਸੇਵਾ ਬਖਸ਼ਣ, ਕੋਈ ਨੌਕਰੀ, ਭਾਵ ਆਪਣੇ ਚਰਨਾਂ ਦਾ ਨੌਕਰ ਸਮਝ ਕਰਕੇ ਕੋਈ ਹੁਕਮ ਕਰ ਦੇਣ ਤੇ ਅਸੀਂ ਜਦੇ ਹੀ ਸੇਵਾ ਵਿੱਚ ਹਾਜ਼ਰ ਹੋ ਜਾਈਏ। ਜਿਸ ਜਿਸ ਸਿੱਖ ਕੋ ਸੁਧ ਤਬ ਹੋਈ। ਇੱਧਰ ਲਾਹੌਰ ਦੀ ਸੰਗਤ ਤੇ ਲਾਗੇ ਪਿੰਡਾਂ ਦੀ ਸੰਗਤ ਨੂੰ ਸਾਧ ਸੰਗਤ ਜੀ ਜਿਹਨੂੰ ਵੀ ਕੋਈ ਖਬਰ ਹੋਈ, ਸਤਿਗੁਰਾਂ ਦੇ ਆਉਣ ਦਾ ਪਤਾ ਲੱਗਿਆ ਭਾਈ ਸੱਧੂ ਘਰ ਵਿੱਚ, ਦਰਸ਼ਨ ਕੋ ਆਏ ਸਭ ਕੋਈ। ਤੇ ਸਾਰੀਆਂ ਸੰਗਤਾਂ ਭਾਈ ਸੱਧੂ ਦੇ ਘਰ ਵਿੱਚ ਦਰਸ਼ਨ ਕਰਨ ਵਾਸਤੇ ਜੁੜਨ ਲੱਗ ਪਈਆਂ ਹਨ। ਧਰ ਧਰ ਭੇਟ ਬੰਦਨਾ ਠੰਨ ਹੈ। ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨਾਂ ਦੀਆਂ ਭੇਟਾਵਾਂ ਰੱਖ ਰੱਖ ਕੇ ਸੰਗਤ ਸਾਰੀ ਦਰਸ਼ਨ ਕਰਦੀ ਹੈ, ਰੱਜ ਰੱਜ ਕੇ ਹਜ਼ੂਰ ਨੂੰ ਬੰਦਨਾ ਕਰਦੀ ਹੈ। ਮਨੋ ਕਾਮਨਾ ਬਿਨੈ ਬਖਾਨ ਹੈ। ਤੇ ਜਿਹੜੀਆਂ ਮਨ ਕਾਮਨਾ ਸਿੱਖਾਂ ਦੇ ਹਿਰਦਿਆਂ ਅੰਦਰ, ਉਹ ਸਾਰੀਆਂ ਮਨ ਕਾਮਨਾਵਾਂ ਨੂੰ, ਭਾਵਨਾਵਾਂ ਨੂੰ ਹਜ਼ੂਰ ਅੱਗੇ ਬੇਨਤੀਆਂ ਕਰਦੇ ਆ।
ਅਰਦਾਸਾਂ ਕਰਦੇ ਹਨ। ਇਸੀ ਪ੍ਰਕਾਰ ਨਿਸ਼ਾ ਵੱਡ ਗਈ। ਇਸ ਤਰ੍ਹਾਂ ਵੱਡੀ ਰਾਤ ਹੋ ਗਈ, ਭਾਵ ਅੱਧੀ ਰਾਤ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੀ ਹੋਈ ਸੰਗਤ ਨੂੰ ਹੋ ਗਈ ਹੈ। ਗਰੀਬ ਨਵਾਜ ਬਰਾਜਦਿਆਂ ਕਰੀਬ ਅੱਧੀ ਰਾਤ ਦਾ ਸਮਾਂ ਕਰ ਲਿਆ ਹੈ। ਸੁਖ ਸਹਿਜਾ ਪਰ ਨਿੰਦਰਾ ਲਈ। ਫਿਰ ਸੱਜ ਗਏ ਸੱਚੇ ਪਾਤਸ਼ਾਹ ਭਾਈ ਸੱਧੂ ਦੇ ਘਰ ਵਿੱਚ ਸੁਖਾਂ ਦੀ ਨੀਂਦ ਲੈਣਾ ਕੀਤੀ। ਨਿਕਟ ਸਿੱਖ ਸਭ ਹੀ ਪਰ ਹੋਏ ਤੇ ਸੋਏ। ਸਾਰੇ ਸਿੱਖ ਜਿਹੜੇ ਆ ਉਹ ਭੋਏ ਦੇ ਨਾਲ ਆਏ ਸਿੱਖ, ਜਾਂ ਕੋਈ ਹੋਰ ਵੀ ਸਿੱਖ ਸੰਗਤ ਜਿਹੜੀ ਰਹਿੰਦੀ ਹੈ ਜਾਂ ਆਏ ਆ ਮਹਾਰਾਜ ਦੇ ਦਰਸ਼ਨਾਂ ਨੂੰ, ਉਹ ਸਾਰੇ ਗੁਰਮੁਖ ਪਿਆਰੇ ਧਰਤੀ ਤੇ ਹੇਠਾਂ ਵਿਛਾਈਆਂ ਕਰਕੇ ਪੈ ਗਏ ਆ। ਭਾਈ ਸੱਧੂ ਨੇ ਪ੍ਰੇਮ ਨਾਲ ਸਲਾਹ ਦਿੱਤੇ ਹਨ। ਵਿਧੀ ਚੰਦ ਆਦਿਕ ਹੈ ਜੋਏ। ਭਾਈ ਬਿਧੀ ਚੰਦ ਵਰਗੇ ਤੇ ਭਾਈ ਪੈੜਾ, ਭਾਈ ਪੁਰਾਣਾ ਵਰਗੇ ਗੁਰਮੁਖ ਪਿਆਰੇ ਹਜ਼ੂਰ ਦੇ ਨਾਲ ਜੋ ਆਏ ਸਨ। ਜਾਮ ਜਾਮਨੀ ਜਾਗਰਣ ਕੀਨ। ਜਦੋਂ ਇੱਕ ਪਹਿਰ ਸਾਧ ਸੰਗ ਦੀ ਰਾਤ ਰਹਿ ਗਈ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀਆਂ ਨੇ ਜਾਗਣਾ ਕੀਤਾ ਹੈ। ਸੌਚਾਚਾਰ ਸਗਲ ਕਰ ਲੀਨ। ਤੇ ਸੌਚਾਚਾਰ ਕੀਤੀ ਹੈ, ਦਾਤਨ ਕੁਰਲੇ ਦੀ ਕਿਰਿਆ ਸਾਧੀ ਹੈ। ਤਨ ਇਸ਼ਨਾਨ ਜਲ ਨਿਰਮਲ ਸਾਥ। ਨਿਰਮਲ ਜਲ ਦੇ ਨਾਲ ਹਜ਼ੂਰ ਨੇ ਇਸ਼ਨਾਨ ਪਾਣ ਕਰਕੇ ਤਿਆਰ ਬਰ ਤਿਆਰ ਹੋ ਬੈਠੇ ਵੈ। ਇੱਕ ਚਿਤ ਬੈਠ ਰਹੇ ਗੁਰਨਾਥ। ਤੇ ਇੱਕ ਚਿਤ ਸਮਾਧੀ ਲਾ ਕੇ ਸਵੈੰ ਸਰੂਪ ਦੇ ਅੰਦਰ ਜਗ ਦੇ ਸੁਆਮੀ ਬੈਠ ਰਹੇ ਹਨ। ਪੁਨః ਪ੍ਰਕਾਸ਼ ਭਇਓ ਰਵ ਚੜਿਓ। ਇਹਨੇ ਨੂੰ ਦਿਨ ਚੜ ਗਿਆ ਹੈ। ਸੂਰਜ ਦੀ ਲਾਲੀ ਜਦੋਂ ਭਾਸੀ ਜਾਂ ਦੇਖੀ ਹੈ। ਸਭ ਸੰਗਤ ਸੁਨ ਸੁਨ ਮੁਦ ਬਢਿਓ। ਜਿਹੜੀ ਸੰਗਤ ਜੀ ਕੋਈ ਗੁਰਮੁਖ ਸੰਗਤ ਰਹਿ ਗਈ ਸੀ ਨਾ ਲਾਹੌਰ ਦੇ ਵਿੱਚ, ਜਿਨ੍ਹਾਂ ਨੂੰ ਰਾਤ ਨਹੀਂ ਪਤਾ ਲੱਗਾ ਮਹਾਰਾਜ ਦੇ ਆਉਣ ਦਾ, ਦਿਨੇ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਲਾਹੌਰ ਦੇ ਸਿੱਖਾਂ ਨੂੰ, ਤੇ ਸਿੱਖ ਵੱਧ ਚੜ ਕੇ ਮਹਾਰਾਜ ਦੇ ਦਰਸ਼ਨ ਕਰਨ ਲਈ ਆਨੰਦ ਸਹਿਤ ਹੋ ਰਹੇ ਆ। ਆਏ ਆਏ ਦਰਸ਼ਨ ਕੋ ਕਰਹਿ। ਆਨੰਦ ਆ ਜਾਂਦਾ ਸੁਣ ਕੇ ਵੀ ਜਿਨ੍ਹਾਂ ਦੇ ਦਰਸ਼ਨਾਂ ਨੂੰ ਅਸੀਂ ਲੋਚਦੇ ਹਾਂ ਉਹ ਅੱਜ ਸਾਡੇ ਨਗਰ ਵਿੱਚ ਆਏ ਹੋਏ ਆ। ਸੰਗਤਾਂ ਚਾਹ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦੀਆਂ ਹਨ। ਬੰਦਹਿ ਚਰਨ ਉਪਾਇਨ ਤਰਹਿ। ਦਰਸ਼ਨੀ ਭੇਟਾਂ ਰੱਖ ਰੱਖ ਕੇ ਸੰਗਤ ਸਤਿਗੁਰਾਂ ਦੇ ਚਰਨੀ ਢਹਿ ਪੈਂਦੀ ਹੈ। ਹਜ਼ੂਰ ਦੇ ਚਰਨਾਂ ਦੇ ਉੱਪਰ ਮੱਥੇ ਟੇਕਦੇ ਹਨ। ਤਬਹਿ ਅਰਥ ਮਲ ਚੱਲ ਕਰ ਆਇਓ। ਇਹ ਕਾਰਜ ਹੁੰਦਿਆਂ ਹੀ ਸਾਧ ਸੰਗਤ ਜੀ ਦੀਵਾਨ ਸਜੇ ਵਿੱਚ ਭਾਈ ਅਰਥਮਲ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਪੋਤਰੇ ਇਹ ਪਹੁੰਚ ਗਏ ਹਨ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ। ਸਤਿਗੁਰਾਂ ਨੂੰ ਮਿਲੇ ਭਾਈ ਅਰਥਮਲ ਜੀ, ਚਰਨਾਂ ਤੇ ਪ੍ਰੇਮ ਸ਼ਰਧਾ ਨਾਲ ਸ਼ੀਸ਼ ਨਿਵਾਇਆ ਹੈ। ਜੇਠੋ ਪੁੱਤਰ ਮੋਹਰੀ ਕੇਰਾ। ਕਵੀ ਜੀ ਕਹਿੰਦੇ ਇਹ ਅਰਥਮਲ ਜੀ ਬਾਬਾ ਮੋਹਰੀ ਜੀ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸਨਗੇ, ਇਹ ਬਾਬਾ ਮੋਹਰੀ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਹਨ। ਭਰ ਕਰ ਅੰਕ ਮਿਲੇ ਤਿਸ ਬੇਰਾ। ਤੇ ਅੰਕ ਨਾਲ ਭਰ ਭਰ ਭਾਵ ਗਲਵਕੜੀ ਪਾ ਕੇ ਸੱਚੇ ਪਾਤਸ਼ਾਹ ਜੀ ਭਾਈ ਅਰਥਮਲ ਨੂੰ ਮਿਲੇ ਹਨ। ਸਾਦਰ ਨਿਕਟ ਬਿਠਾਵਣ ਕਰਿਓ। ਤੇ ਬੜੇ ਆਦਰ ਸਤਿਕਾਰ ਦੇ ਨਾਲ ਆਪਦੇ ਪਾਸ ਬਿਠਾ ਲਿਆ ਹੈ। ਜਿਥਕ ਸਬਣ ਤੇ ਹੋਏ ਚਿਤ ਗਰਹ ਧਰਿਓ। ਜਦੋਂ ਸੰਗਤ ਤੋਂ ਵੇਲ ਮਿਲੀ ਨਾ ਸਤਿਗੁਰਾਂ ਨੂੰ, ਤੇ ਇਕੱਲੇ ਜੇ ਹੋਏ ਬਾਬਾ ਅਰਥਮਲ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ, ਜਿਸ ਪ੍ਰਕਾਰ ਕੋ ਕਾਰਨ ਕਰਨਾ। ਜਿਹੜਾ ਹੁਣ ਕਾਰਜ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੌਤਕ ਵਰਤਾਉਣਾ ਹੈ ਨਾ, ਸ਼ਹੀਦੀ ਦਾ ਸਾਕਾ, ਇਹ ਦੱਸਣ ਵਾਸਤੇ ਸਤਿਗੁਰੂ ਜੀ ਭਾਈ ਅਰਥਮਲ ਨੂੰ ਕਹਿਣ ਲੱਗੇ ਐ। ਨਿਕਟ ਅਰਥਮਲ ਕੇ ਸੋ ਬਰਨਾ। ਉਹ ਸਾਰਾ ਕੁਝ ਮਹਾਰਾਜ ਨੇ ਬਾਬਾ ਅਰਥਮਲ ਨੂੰ ਦੱਸ ਦਿੱਤਾ ਹੈ ਵੀ ਅਸੀਂ ਕਿਸ ਕਾਰਨ ਕਰਕੇ ਸ਼ਹੀਦੀ ਦੇ ਰਹੇ ਹਾਂ। ਹਮਰਾ ਤਨ ਕੋ ਹੈ ਅਬ ਅੰਤ। ਆਖਿਆ ਬਾਬਾ ਅਰਥਮਲ ਜੀ, ਹੁਣ ਸਾਡੇ ਸਰੀਰ ਦਾ ਅੰਤ ਜਾਣੋ ਤੁਸੀਂ, ਸਾਡਾ ਅੰਤਲਾ ਸਮਾਂ ਆ ਗਿਆ, ਜਾਣਨਾ ਕਰੋ। ਤਜਬੇ ਕੋ ਸਭ ਸੁਣੋ ਬ੍ਰਿਤਾਂਤ। ਤੇ ਸੁਣੋ ਅਸੀਂ ਸਰੀਰ ਕਿਉਂ ਛੱਡ ਰਹੇ ਹਾਂ, ਅਸੀਂ ਕਿਉਂ ਸ਼ਹਾਦਤ ਦੇ ਰਹੇ ਹਾਂ। ਮਹਾ ਵਿਰੋਧੀ ਹਮਾਰਾ ਤਨ ਹਮਾਰੇ ਮਰ ਜਾਏ ਹੈ। ਹਾਂ, ਜਿਹੜੇ ਸਾਡੇ ਮਹਾਨ ਵਿਰੋਧੀ ਹੈ ਨਾ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਜਿੰਨੇ ਲੋਕ ਈਰਖਾ ਕਰਨ ਵਾਲੇ ਹਨ, ਸਿਰ ਅਪਰਾਧ ਤਨਹਾ ਕੇ ਦੇਦਾ ਹੈ। ਅਸੀਂ ਆਪਦੇ ਸ਼ਹੀਦ ਹੋਣ ਦਾ ਜਿਹੜਾ ਅਪਰਾਧ ਹੈ ਨਾ, ਪਾਪ ਹੈ, ਉਹਨਾਂ ਪਾਪੀਆਂ ਦੇ ਸਿਰ ਤੇ ਚੜਾਵਾਂਗੇ, ਉਹਨਾਂ ਦੇ ਸਿਰ ਚੜ ਕੇ ਸ਼ਹੀਦ ਹੋਣਾ ਹੈ। ਅਪਰਾਧੀ ਜਬ ਹੋਏ ਵਿਸ਼ਾਲਾ। ਹਾਂ, ਇਸੇ ਤਰ੍ਹਾਂ ਜਦੋਂ ਸਾਡੇ ਅਪਰਾਧੀ ਡਾਢੇ ਹੋ ਗਏ, ਜਾਂ ਜਿਹੜੇ ਅਪਰਾਧੀ ਹੈ ਇਹੋ ਜਿਹੇ ਜਾਣੇ ਜਾਣਗੇ ਸੰਸਾਰ ਅੰਦਰ, ਜਦੋਂ ਸਾਰਾ ਸੰਸਾਰ ਇਹਨਾਂ ਦੀ ਥੂ ਥੂ ਕਰੇਗਾ, ਔਰ
ਸਾਡੇ ਚੜਾਏ ਹੋਏ ਪਾਪ ਦੇ ਨਾਲ ਜਦੋਂ ਅਪਰਾਧੀ ਬਣ ਜਾਵਣਗੇ, ਉਚਿਤ ਸਜਾਏ ਬਨ ਹੈ ਤਿਸ ਕਾਲਾ। ਉਹ ਸਮੇਂ ਫਿਰ ਇਹਨਾਂ ਨੂੰ ਉਚਿਤ ਸਜ਼ਾ ਬਣੇਗੀ, ਭਾਵ ਉਚਿਤ ਸਜ਼ਾ ਦੇਣੀ ਉਸ ਸਮੇਂ ਇਹਨਾਂ ਨੂੰ ਬਣੇਗੀ, ਉਦੋਂ ਇਹਨਾਂ ਦਾ ਨਾਸ਼ ਹੋਣਾ ਹੈ। ਸ਼੍ਰੀ ਹਰਿ ਗੋਬਿੰਦ ਚੰਦ ਬਿਲੰਦਾ। ਫੇਰ ਕੀ ਹੋਵੇਗਾ? ਅਰਥਮਲ ਜੀ ਕਹਿੰਦੇ ਆ, ਸਤਿਗੁਰੂ ਕਹਿੰਦੇ ਅਰਥਮਲ ਬਾਬਾ ਜੀ, ਸਾਡੇ ਸ਼ਹੀਦ ਹੋਣ ਤੋਂ ਬਾਅਦ ਸਾਡੇ ਸਾਹਿਬਜ਼ਾਦੇ ਚੰਦ ਵਾਂਗੂ ਬਿਲੰਦ ਕਹੀਏ ਵੱਧਦੇ ਜਾਣ ਵਾਲੇ ਹਰਗੋਬਿੰਦ ਸਾਹਿਬ ਸੰਕਟ ਦੇਹ ਦੁਸ਼ਟ ਹੱਥ ਬ੍ਰਿੰਦਾ। ਇਹਨਾਂ ਦੁਸ਼ਟਾਂ ਨੂੰ ਪਾਪੀ ਜਾਣ ਕੇ ਫਿਰ ਭਾਰੀ ਸੰਕਟ ਦੇਣਗੇ, ਇਹਨਾਂ ਦਾ ਨਾਸ਼ ਕਰਨਗੇ ਮਲੇਸ਼ਾਂ ਦਾ। ਸੁਣਤ ਅਰਥਮਲ ਬੂਝਨ ਕਰੇ। ਸੁਣ ਕੇ ਬਾਬਾ ਅਰਥਮਲ ਜੀ ਪਾਤਸ਼ਾਹ ਨੂੰ ਪੁੱਛਣ ਲੱਗੇ ਆ, ਕਹਾ ਮੋਹਿ ਕਿਮ ਤਨ ਪਰ ਹਰੇ। ਸੱਚੇ ਪਾਤਸ਼ਾਹ ਦੱਸੋ ਆਪ ਜੀ ਇਹ ਕਾਰਜ ਕਿਉਂ ਕਰ ਰਹੇ? ਗਰੀਬ ਨਵਾਜ ਇਹ ਕਿਉਂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਸ ਤਰ੍ਹਾਂ ਇਹ ਸਰੀਰ ਜਿਹੜਾ ਤਿਆਗਣਾ ਹੈ? ਸ਼੍ਰੀ ਅਰਜਨ ਸਭ ਗਾਥ ਬਖਾਨੀ। ਇਹ ਆਖਿਆ ਮਹਾਰਾਜ ਵੀ ਕਿਵੇਂ ਸਰੀਰ ਛੱਡੋਗੇ ਫਿਰ, ਜੇ ਇਹਨਾਂ ਦੇ ਸਿਰ ਜਿਵੇਂ ਤੁਸੀਂ ਅਪਰਾਧ ਕਰਨਾ ਹੈ ਇਹਨਾਂ ਦਾ ਨਾਸ਼ ਕਰਨ ਵਾਸਤੇ। ਤੋ ਗਰੀਬ ਨਵਾਜ ਦੱਸੋ ਵੀ ਕਿਹੋ ਜੇ ਸ਼ਹੀਦੀ ਹੋਵੇਗੀ ਆਪ ਜੀ ਦੀ? ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਗਾਥਾ ਦੱਸਣ ਲੱਗੇ ਆ। ਚੰਦੂ ਦੂਤੀ ਕਰਤ ਮਹਾਨੀ। ਤੇ ਜਾ ਆਖਿਆ ਮਹਾਰਾਜ ਆਪ ਕਿਸ ਕਾਰਨਾਂ ਕਰਕੇ ਇਹੋ ਜੀ ਕਿਹੜੀ ਗੱਲ ਹੋ ਗਈ ਹੈ? ਤੋ ਸਤਿਗੁਰੂ ਕਹਿੰਦੇ ਭਾਈ ਅਰਥਮਲ ਜੀ, ਚੰਦੂ ਜਿਹੜਾ ਦੀਵਾਨ ਹੈ ਬਾਦਸ਼ਾਹ ਜਹਾਂਗੀਰ ਦੇ ਘਰ ਦਾ, ਉਹ ਬਹੁਤ ਸਾਡੀ ਚੁਗਲੀ ਨਿੰਦਾ ਜਿਹੜੀ ਹੈ ਉਹ ਕਰਦਾ ਰਹਿੰਦਾ ਹੈ ਬਾਦਸ਼ਾਹ ਪਾਸ। ਪ੍ਰਥਮ ਕਹਿਤ ਇਹ ਚੋਰ ਲਗਾਵੈ। ਪਹਿਲਾਂ ਸਾਨੂੰ ਆਖਿਆ ਕਿ ਇਹਨਾਂ ਚੋਰ ਲੁਟੇਰੇ ਡਾਕੂ ਆਪਣੇ ਘਰ ਵਿੱਚ ਰੱਖੇ ਐ, ਉਹਨਾਂ ਨੂੰ ਪਨਾਹ ਦਿੱਤੀ ਹੋਈ ਚੋਰੀਆਂ ਕਰਵਾਉਂਦੇ ਹਨ। ਸ਼ਾਹੋ ਸਮਾਜ ਮਿਲ ਹੈ ਚੁਰਵਾਵੈ। ਤੇ ਬਾਦਸ਼ਾਹ ਦਾ ਸਮਾਜ ਜਿਹੜਾ ਘਰ ਦਾ ਉਹ ਵੀ ਇਹਨਾਂ ਦੇ ਘਰੋਂ ਹੀ ਜੁੜੇਗਾ, ਕਿਉਂਕਿ ਬਾਦਸ਼ਾਹ ਦੇ ਤੰਬੂ ਦੇ ਵਿੱਚ ਵੀ ਚੋਰੀ ਗੁਰੂ ਅਰਜਨ ਦੇਵ ਸਾਹਿਬ ਨੇ ਕਰਾਈ ਹੈ। ਇਹੋ ਜਿਹੇ ਬਚਨ ਜਿਹੜੇ ਚੰਦੂ ਕਰਦਾ ਹੈ। ਪੁਨਹ ਸਜਾਦਾ ਇੱਕ ਚੱਲ ਆਇਓ। ਤੇ ਉਸ ਤੋਂ ਬਾਅਦ ਕੀ ਹੋਇਆ? ਭਾਈ ਅਰਥਮਲ ਜੀ ਇੱਕ ਸ਼ਹਿਜ਼ਾਦਾ ਬਾਦਸ਼ਾਹ ਜਹਾਂਗੀਰ ਦਾ ਬਗਾਵਤੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸਾਡੇ ਪਾਸ ਆ ਪਹੁੰਚਿਆ ਸੀ। ਦੀਨ ਜਾਣ ਤਿਹ ਭੋਜਨ ਖਵਾਇਓ। ਤੇ ਗਰੀਬ ਦੀਨ ਜਾਣ ਕੇ ਅਸੀਂ ਉਹਨੂੰ ਭੋਜਨ ਛਕਾਉਣਾ ਕੀਤਾ, ਜੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਮੁੱਢਲਾ ਸਿਧਾਂਤ ਹੈ। ਇਹ ਦੂਤੀ ਕੀਨ ਸਮਤ ਮੰਦ। ਤੇ ਭੈੜੀ ਮੱਤ ਵਾਲੇ ਨੇ ਇਸ ਗੱਲ ਦੀ ਵੀ ਚੁਗਲੀ ਕੀਤੀ ਆ, ਵਧਾ ਚੜਾ ਕੇ ਬਾਦਸ਼ਾਹ ਨੂੰ ਦੱਸਿਆ ਵੀ ਤੁਹਾਡੇ ਬਗਾਵਤ ਕਰਨ ਵਾਲੇ ਨੂੰ 2 ਲੱਖ ਜਾਂ ਕਿੰਨੇ ਕੁ ਰੁਪਈਏ ਮਾਇਆ ਜੜੀ ਦੇਣਾ ਕੀਤੀ ਹੈ। ਸ਼ਾਹੋ ਸਿਖਾਏ ਰਿਸਾਏ ਬਿਲੰਦ। ਤੇ ਉਹਨੇ ਸਿਖਾ ਕੇ ਸਮਝਾ ਕੇ ਚੁਗਲੀ ਲਾ ਕੇ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਘਰ ਦੇ ਉਲਟ ਕਰ ਦਿੱਤਾ, ਜਿਸ ਕਰਕੇ ਉਹ ਬੜਾ ਕ੍ਰੋਧਵਾਨ ਹੈ। 2 ਲੱਖ ਲਿਖਤ ਦੰਡ ਪਠਾਇਓ। ਚੰਦੂ ਪਿੱਛੇ ਲੱਗ ਕੇ ਜਹਾਂਗੀਰ ਨੇ 2 ਲੱਖ ਰੁਪਈਆ ਦੰਡ ਜਿਹੜੀ ਜੁਰਮਾਨਾ ਤੁਹਾਨੂੰ ਦੇਣਾ ਪਵੇਗਾ ਚਿੱਠੀ ਲਿਖ ਸਾਡੇ ਪਾਸ ਭੇਜ ਦਿੱਤੀ। ਅਹਦੀ ਲੈ ਹਮਰੇ ਟਿਗ ਆਇਓ। ਐਦੀਆ ਲੈ ਕੇ ਸਾਡੇ ਪਾਸ ਆਣ ਪਹੁੰਚਿਆ, ਸਾਨੂੰ ਆਣ ਉਹ ਡੰਨ ਦੇਣ ਦੀ ਖਬਰ ਦਿੱਤੀ ਸੀ। ਜਾਂ ਤੇ ਮਹਾ ਦੁਸ਼ਟ ਹੈ ਇਹੀ। ਇਸ ਕਰਕੇ ਸਾਰੇ ਝਗੜੇ ਦੀ ਜੜ ਚੰਦੂ ਹੈ ਤੇ ਚੰਦੂ ਮਹਾਨ ਦੁਸ਼ਟ ਪਾਪੀ ਹੈ। ਦੋਸ਼ ਤਜਨ ਤਨ ਸਿਰ ਇਸ ਦੇਹੀ। ਅਸੀਂ ਆਪਦੇ ਸਰੀਰ ਤਿਆਗਣ ਦਾ ਸ਼ਹੀਦੀ ਦਾ ਜਿਹੜਾ ਕਾਰਨ ਹੈ ਉਹ ਚੰਦੂ ਦੇ ਸਿਰ ਮੜਾਂਗੇ। ਅਸੀਂ ਚੰਦੂ ਦੇ ਜਿਹੜਾ ਵਾ ਜੁੰਮੇ ਲੱਗਣਾ ਚਾਹੁੰਦੇ ਹਾਂ। ਪੁਨ ਹਮਰੇ ਨਾਨੇ ਬਚ ਕਹਿਓ। ਬਾਕੀ ਪਹਿਲਾ ਤਾਂ ਕਾਰਨ ਇਹ ਹੈ ਭਾਈ ਅਰਥਮਲ ਜੀ ਵੀ ਚੰਦੂ ਦਾ ਨਾਸ਼ ਕਰਨ ਵਾਸਤੇ ਦੇ ਸਿਰ ਚੜ੍ਹ ਕੇ ਅਸੀਂ ਸ਼ਹੀਦ ਹੋਵਾਂਗੇ। ਸਾਰਾ ਜਿਹੜੀ ਤੋਹਮਤ ਤਾਂ ਚੰਦੂ ਦੇ ਗਲ ਵਿੱਚ ਪਵੇਗੀ। ਤੋ ਉਸ ਤੋਂ ਬਾਅਦ ਦੂਜਾ ਕਾਰਨ ਇਹ ਹੈ ਵੀ ਸਾਡੇ ਨਾਨਾ ਜੀ ਤੁਹਾਡੇ ਦਾਦਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਇੱਕ ਵਾਰੀ ਬਚਨ ਹੋਏ ਸੀ, ਸਾਡੀ ਮਾਤਾ ਭਾਨੀ ਜੀ ਦੇ ਤਾਈ। ਮਾਤਾ ਨੇ ਜਬ ਹੀ ਬਰ ਲਹਿਓ। ਜਦੋਂ ਸਾਡੇ ਮਾਤਾ ਜੀਆਂ ਵਰ ਮੰਗਿਆ ਸੀ ਵੀ ਜਾਣ ਨਾ ਦੇਸਾਂ ਸੋਢੀਆਂ, ਕਿ ਹੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਇਹ ਗੁਰਤਾ ਸਾਡੇ ਸੋਢੀਆਂ ਦੇ ਪਾਸ ਹੀ ਰਹਿ ਆਵੇ, ਕਿਤੇ ਹੋਰ ਨਾ ਜਾਵੇ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਇਹੋ ਜਿਹਾ ਵਰਦਾਨ ਜਦੋਂ ਸਾਡੇ ਮਾਤਾ ਜੀ ਨੇ ਮੰਗਿਆ ਸੀ। ਗੁਰਤਾਰ ਹੈ ਹਮਾਰੇ ਘਰ ਮੈਂ। ਵੀ ਗੁਰਿਆਈ ਦਾ ਤਖਤ ਸਦਾ ਸਾਡੇ ਸੋਢੀਆਂ ਦੇ ਘਰ ਵਿੱਚ ਹੀ ਰਹਿ ਜਾਵੇ ਪਾਤਸ਼ਾਹ। ਅਬ ਨਹਿ ਜਾਵਹਿ ਬੰਸ ਅਪਰ ਮੈਂ। ਤੇ ਹੋਰ ਅੱਜ ਤੋਂ ਬਾਅਦ ਕਿਸੇ ਅੰਸ ਬੰਸ ਵਿੱਚ ਨਾ ਜਾਵੇ। ਸਲਿਤਾ ਜਲ ਚਲਤਾ ਤੁਮ ਰੋਕਿਓ। ਧੰਨ ਗੁਰੂ ਅਮਰਦਾਸ ਜੀ ਆਖਿਆ ਸੀ ਪੁੱਤਰੀ ਤੁਸਾਂ ਵਹਿੰਦੇ ਹੋਏ ਨਦੀ ਨੂੰ ਬੰਨ ਮਾਰਨ ਦੀ ਗੱਲ ਕੀਤੀ ਹੈ।
ਇਹ ਚੱਲਦਾ ਹੋਇਆ ਵਹਿਣ ਜਿਹੜਾ ਪਾਣੀ ਦਾ, ਇਹਨੂੰ ਤੁਸੀਂ ਬੰਨ ਮਾਰ ਲਿਆ, ਜਾਣਨਾ ਕਰੋ। ਹੋਏ ਹੈ ਸੰਕਟ ਏਵ ਤੇ ਬਿਲੋਕਿਓ। ਜਦੋਂ ਪਾਣੀ ਨੂੰ ਬੰਨ ਵੱਜ ਜਾਂਦਾ ਫਿਰ ਬੜਾ ਕੁਝ ਡੋਬਦਾ ਹੈ ਤੇ ਬੜਾ ਦੁੱਖ ਦਿੰਦਾ ਹੈ। ਇਸੇ ਤਰ੍ਹਾਂ ਤੁਸਾਂ ਨੇ ਬੰਨ ਮਾਰ ਲਿਆ ਮਾਨੋ ਚੱਲਦੇ ਪਾਣੀ ਨੂੰ, ਤੇ ਦੁੱਖ ਬਹੁਤ ਪ੍ਰਾਪਤ ਹੋਣਗੇ ਕੁੱਲ ਨੂੰ। ਸੋ ਅਬ ਫੁਰਹਿ ਕਰਹਿ ਹਮ ਸਾਚੇ। ਸਤਿਗੁਰੂ ਅਮਰਦਾਸ ਨਾਨਾ ਸ਼੍ਰੀ ਦੇ ਕਹੇ ਹੋਏ ਬਚਨ ਜਿਹੜੇ ਆ ਨਾ ਭਾਈ ਅਰਥਮਲ ਜੀ, ਅਸੀਂ ਉਹ ਵੀ ਅੱਜ ਪੂਰੇ ਕਰ ਦੇਣੇ ਨੇ। ਸਮੈ ਨਿਕਟ ਤੇ ਤਨ ਨਹਿ ਬਾਚੇ। ਤੇ ਅਸੀਂ ਜਿਹੜਾ ਜਾਣ ਲਿਆ ਸਮਾਂ ਨਿਕਟ ਹੈ, ਹੁਣ ਸਾਡਾ ਸਰੀਰ ਨਹੀਂ ਬਚੇਗਾ। ਸੋ ਸਭ ਕਾਰਨ ਆਏ ਮਿਲੇ ਹੈ। ਇਸੇ ਕਰਕੇ ਉਹ ਸਾਰੇ ਕਾਰਨ ਜਿਹੜੇ ਆ ਨਾ ਉਹ ਆਣ ਮਿਲ ਗਏ ਐ, ਸਭ ਕਾਰਨ ਜਿਹੜੇ ਉਹ ਇਕੱਠੇ ਹੋ ਗਏ ਹਨ। ਅਬ ਤਨ ਤਿਆਗਣ ਲਖਿਓ ਭਲੇ ਹੈ। ਤੇ ਅਸੀਂ ਜਾਣਿਆ ਵੀ ਉਸ ਹੁਣ ਜਿਹੜਾ ਸਰੀਰ ਹੈ ਨਾ ਉਹ ਛੱਡਣ ਦਾ ਸਮਾਂ ਆ ਗਿਆ। ਇਹੀ ਸਮਾਂ ਚੰਗਾ ਹੈ, ਸਰੀਰ ਛੱਡ ਦੇਣਾ ਹੀ ਚੰਗਾ ਹੈ। ਸੁਣਤ ਅਰਥਮਲ ਸ਼ੋਕ ਵਿਸਾਲਾ। ਸੁਣ ਕੇ ਅਰਥਮਲ ਬਾਬਾ ਜੀ ਨੇ ਬੇਅੰਤ ਸ਼ੋਕ ਕੀਤਾ, ਮਨ ਬਹੁਤ ਦੁਖੀ ਹੋਇਆ ਹੈ। ਪੁਰਚਿਰ ਬਿਲੋਚਨ ਤੇ ਜਲ ਡਾਲਾ। ਤੇ ਹਜ਼ੂਰ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਬੱਧੇ ਹੋਏ ਬਾਬਾ ਅਰਥਮਲ ਜੀ ਆਪਣੇ ਨੇਤਰਾਂ ਦੇ ਵਿੱਚੋਂ ਜਲ ਡੋਲਣ ਲੱਗ ਪਏ। ਹੇ ਪ੍ਰਭ ਤੁਮ ਅਲੇਪ ਸਭ ਸਮੋ। ਸੱਚੇ ਪਾਤਸ਼ਾਹ ਜੀ ਤੁਸੀਂ ਆਪ ਤਾਂ ਸਭ ਸਮਿਆਂ ਲੇਪ ਹੋ, ਤੁਹਾਨੂੰ ਦੁੱਖ ਸੁਖ ਪਾਉਂਦਾ ਨਹੀਂ, ਖੁਸ਼ੀ ਗਮੀ ਪਾਉਂਦੀ ਨਹੀਂ ਹੈ। ਦਰਸ ਲਾਭ ਸੁਖ ਜੋ ਬੜ ਹਮੈ। ਮਹਾਰਾਜ ਪਰ ਤੁਹਾਡੇ ਦਰਸ਼ਨਾਂ ਦਾ ਜਿਹੜਾ ਸਾਨੂੰ ਲਾਭ ਹੈ ਉਹ ਕਿੱਥੋਂ ਪ੍ਰਾਪਤ ਹੋਵੇਗਾ? ਪਾਤਸ਼ਾਹ ਤੁਸੀਂ ਤਾਂ ਅਲੇਪ ਹੋ, ਤੁਹਾਨੂੰ ਜਨਮ ਮਰਨ ਦਾ ਹੈ ਨਹੀਂ, ਕਿਉਂਕਿ ਪਾਤਸ਼ਾਹ ਆਪ ਤਾਂ ਸਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਪਰ ਪਾਤਸ਼ਾਹ ਜਿਹੜਾ ਸਾਨੂੰ ਨਾ ਦਰਸ਼ਨ ਹੋਣ ਦਾ ਘਾਟਾ ਪੈਣਾ ਤੇ ਦਰਸ਼ਨਾਂ ਦਾ ਜਿਹੜਾ ਅਸੀਂ ਲਾਭ ਪ੍ਰਾਪਤ ਕਰ ਰਹੇ ਸਾਂ। ਸਿੱਖ ਸੰਗਤ ਸਭ ਰਹਿ ਬਿਸੂਰਤ। ਮਹਾਰਾਜ ਸਾਰੀ ਸੰਗਤ ਸਦਾ ਝੂਰਦੀ ਰਹੇਗੀ ਸੱਚੇ ਪਾਤਸ਼ਾਹ ਜੀ, ਤੁਹਾਡੇ ਦਰਸ਼ਨਾਂ ਨੂੰ ਲੋਚਦੀ ਰਹੇਗੀ। ਕਰਤ ਪ੍ਰੇਮ ਹੇਰਤ ਤੁਮ ਮੂਰਤ। ਕਿਉਂਕਿ ਸੰਗਤ ਪ੍ਰੇਮ ਕਰਦੀ ਹੈ ਤੁਹਾਨੂੰ, ਤੇ ਗਰੀਬ ਨਵਾਜ ਤੁਹਾਡੀ ਮੂਰਤ ਸਦਾ ਵੇਖ ਵੇਖ ਕੇ ਆਨੰਦ ਮਾਣਦੀ ਹੈ। ਕਰਹਾ ਅਨੇਕਨ ਕੋ ਕਲਿਆਣ। ਆਪ ਜੀਆਂ ਅਨੇਕਾਂ ਸਿੱਖਾਂ ਦੀ ਕਲਿਆਣ ਕੀਤੀ ਹੈ। ਪਰ ਉਪਕਾਰੀ ਸਦਾ ਮਹਾਨ। ਮਹਾਰਾਜ ਸਦਾ ਮਹਾਨ, ਵੱਡਿਆਂ ਤੋਂ ਵੱਡੇ ਹੋ ਤੇ ਜੀਵਾਂ ਦਾ ਕਲਿਆਣ ਕਰਨ ਵਾਸਤੇ ਭਲਾ ਲੋਚਦੇ, ਪਰ ਉਪਕਾਰ ਕਰਨ ਵਾਲੇ ਹੋ। ਤੁਰਕ ਯੁਕਤ ਚੰਦੂ ਦੁਖ ਦੈ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਰਕਾਂ ਦੇ ਸਹਿਤ ਚੰਦੂ ਤੇ ਇਹ ਸਾਰੇ ਜਿੰਨੇ ਵੀ ਤੁਹਾਡੇ ਸੱਚੇ ਪਾਤਸ਼ਾਹ ਜੀ ਗੁਰੂ ਘਰ ਨਾਲ ਮੱਥਾ ਲਾਉਣ ਵਿੱਚ ਸ਼ਾਮਲ ਹਨ, ਸਾਰੇ ਦੇ ਸਾਰੇ ਬੇਅੰਤ ਦੁੱਖ ਪ੍ਰਾਪਤ ਕਰਨਗੇ। ਹਰਖ ਧਰਤ ਔਰ ਬਿਖ ਕੋ ਖਾਵੈ। ਇਹ ਖੁਸ਼ੀ ਖੁਸ਼ੀ ਜ਼ਹਿਰ ਖਾ ਰਹੇ ਆ, ਮਿੱਠਾ ਸਮਝ ਕੇ ਜ਼ਹਿਰ ਖਾ ਕੇ ਤੇ ਆਨੰਦ ਮਾਣਦੇ ਆ, ਹਿਰਦੇ ਵਿੱਚ ਬੜੇ ਖੁਸ਼ ਹੁੰਦੇ, ਪਤਾ ਨਹੀਂ ਵੀ ਮਿੱਠਾ ਨਹੀਂ ਇਹ ਜ਼ਹਿਰ ਖਾ ਰਹੇ ਹਾਂ। ਜਬ ਘਟ ਅੰਤਰ ਪਹੁੰਚਹਿ ਜਾਈ। ਜਦੋਂ ਕਿਸੇ ਦਾ ਖਾਧਾ ਹੋਇਆ ਜ਼ਹਿਰ ਖੁਸ਼ੀ ਨਾਲ ਵੀ ਅੰਦਰ ਜਾਂਦਾ ਹੈ ਤੇ ਜ਼ਹਿਰ ਅੰਦਰ ਜਾ ਕਰਕੇ ਆਪਣਾ ਅਸਰ ਵਿਖਾਉਂਦਾ ਹੈ। ਸੁਖ ਹੈ ਅੰਗ ਪ੍ਰਾਣ ਬਿਨ ਸਾਹੀ। ਅੰਗ ਸੁਕਾ ਦਿੰਦਾ ਤੇ ਪ੍ਰਾਣਾਂ ਦਾ ਨਾਸ਼ ਕਰ ਦਿੰਦਾ ਹੈ। ਤੈਸੇ ਅਬ ਇਹ ਨਾਹੀ ਨ ਜਾਣੈ। ਸੱਚੇ ਪਾਤਸ਼ਾਹ ਜੀ ਇਹ ਮੂਰਖ ਲੋਕ ਜਾਣਦੇ ਨਹੀਂ ਇਹ ਕੀ ਕਰ ਰਹੇ ਹੈ। ਇਹ ਹੁਣ ਤੱਕ ਖੁਸ਼ ਹੁੰਦੇ ਆ ਜਿਵੇਂ ਕੋਈ ਭੁਲੇਖੇ 'ਚ ਜ਼ਹਿਰ ਦੀ ਅਮਰ ਦੀ ਥਾਵੇਂ ਜ਼ਹਿਰ ਪੀਵੇ ਤੇ ਖੁਸ਼ੀਆਂ ਮਾਣੇ। ਇਸੇ ਤਰ੍ਹਾਂ ਇਹ ਬਾਬਾ ਅਰਥਮਲ ਜੀ ਕਹਿੰਦੇ ਪਾਤਸ਼ਾਹ ਜਾਣਦੇ ਨਹੀਂ ਇਹ ਕਿੱਡਾ ਵੱਡਾ ਮਹਾ ਪਾਪ ਕਰ ਰਹੇ ਹਨ। ਸੰਗ ਨਿਰਵੈਰ ਵੈਰ ਜੋ ਠਾਨੈ। ਆਪ ਵਰਗੇ ਨਿਰਵੈਰ ਪਰਮੇਸ਼ਰ ਦੇ ਨਾਲ ਇਹ ਮੂਰਖ ਵੈਰ ਕਰ ਰਹੇ ਹਨ। ਆਪਦ ਪਰਹਿ ਇਨਹਾ ਪਰ ਜਬੈ। ਤੇ ਜਦੋਂ ਇਹਨਾਂ ਤੇ ਆਪਦਾ ਪੈਣੀ ਆ ਨਾ, ਜਦੋਂ ਇਹਨਾਂ ਦੇ ਉੱਪਰ ਪਹਾੜ ਟੁੱਟਣਗੇ ਦੁੱਖਾਂ ਦੇ, ਇਸ ਫਲ ਕੋ ਪਾਵਹਿੰਗੇ ਤਬੈ। ਕੋਈ ਗੱਲ ਨਹੀਂ, ਸਮਾਂ ਆਏ ਤੇ ਪਾਤਸ਼ਾਹ ਜੀ ਇਹ ਬੜਾ ਭਾਰੀ ਕੀਮਤ ਚੁਕਾਉਣਗੇ, ਮੁਗਲ ਸਲਤਨਤ ਸਮੇਤ ਸਾਰੇ ਹੀ। ਜੋ ਕਰਤੇ ਨੇ ਕਾਰਨ ਕਰਨੇ। ਤੇ ਜਿਹੜੇ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਕਾਰਨ ਕਰਨੇ ਹੈ, ਜਿਹੜੇ ਵੀ ਉਹ ਪਰਮੇਸ਼ਰ ਨੇ ਜਿਹਦੇ ਤੋਂ ਕੋਈ ਜਿਹੋ ਜਿਹਾ ਕਾਰਜ ਕਰਵਾਉਣਾ ਹੈ, ਸੋ ਸਭ ਤੇ ਕਾਰਜ ਹੈ ਸਰਨੇ। ਉਹੀ ਕਾਰਜ ਸਾਰਿਆਂ ਤੋਂ ਸਰਨੇ ਹੈ। ਉਹ ਕਾਰਜ ਉਹ ਨਹੀਂ ਕਰਨੇ ਹੈ ਜਿਸ ਤੋਂ ਪਰਮੇਸ਼ਰ ਨੇ ਕਰਾਉਣੇ ਹੁੰਦੇ ਆ। ਅਬ ਚਲ ਨੀਵ ਰੱਖੀ ਗੁਰੂ ਨਾਨਕ। ਤੇ ਬਾਕੀ ਇਹ ਘਰ ਦੀ ਨੀਂਹ ਜਿਹੜੀ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਰੱਖੀ ਆ, ਅਵਚਲ ਨੀਂਹ ਹੈ। ਇਹ ਸਿੱਖੀ ਪੰਥ ਦੀਆਂ ਪਾਤਸ਼ਾਹ ਜੀ ਤੁਹਾਡੇ ਦਰ ਘਰ ਦੀਆਂ ਬੇਅੰਤ ਡੂੰਘੀਆਂ ਜੜ੍ਹਾਂ ਗਰੀਬ ਨਵਾਜ,
ਤੋ ਅਵਚਲ ਨੀਵ ਇਸ ਪਾਵਨ ਪਵਿੱਤਰ ਤਖਤ ਦੀ ਸਿੱਖ ਪੰਥ ਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਰੱਖੀ ਹੈ, ਇਹ ਡੋਲਣ ਵਾਲੀ ਨਹੀਂ ਹੈ। ਪਚ ਹੈ ਨਿੰਦਕ ਦੁਸ਼ਟ ਅਚਾਨਕ, ਅਚਾਨਕ ਬੜੇ ਨਿੰਦਕ ਦੁਸ਼ਟ ਖਾਪ ਮਰ ਗਏ, ਪਿੱਛੇ ਵੀ ਤੇ ਗਾਂ ਵੀ ਮਰਦੇ ਰਹਿਣਗੇ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਜੜਾਂ ਡੂੰਘੀਆਂ, ਇਹਨਾਂ ਦੇ ਨਾਲ ਮੱਥਾ ਲਾਉਣ ਵਾਲੇ ਸਦਾ ਗਰਕਦੇ ਰਹਿਣੇ ਹਨ। ਬਹੁਰ ਅਰਥ ਮਲ ਜੋਰੇ ਹਾਥ, ਤੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਹਜ਼ੂਰ ਨੂੰ ਬਾਬਾ ਅਰਥਮਲ ਜੀਆਂ ਹੱਥ ਜੋੜ ਕੇ ਸੁਨੋ ਬਿਨੈ ਸ਼੍ਰੀ ਅਰਜਨ ਨਾਥ, ਆਖਿਆ ਹੈ ਅਰਜਨ, ਧੰਨ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ ਦੀਨਾ ਬੰਧੂ ਪਾਤਸ਼ਾਹ, ਗਰੀਬਾਂ ਨੂੰ ਨਿਵਾਜਣ ਵਾਲੇ ਮਹਾਰਾਜ, ਮੇਰੀ ਵੀ ਕਿਰਪਾ ਕਰਕੇ ਬੇਨਤੀ ਸੁਣੋ ਜੀ। ਮਮ ਕਾਇਆ ਹੈ ਆਪ ਅਗਾਰੀ, ਮੇਰਾ ਸਰੀਰ ਪਾਤਸ਼ਾਹ ਜੀ ਆਪ ਜੀ ਦੇ ਅੱਗੇ ਹਾਜ਼ਰ ਹੈ। ਮੈਂ ਸੱਚੇ ਪਾਤਸ਼ਾਹ ਜੀ ਤਨ ਮਨ ਕਰਕੇ ਆਪ ਜੀ ਦੇ ਹਜ਼ੂਰ ਪੇਸ਼ ਹਾਂ। ਤਜ ਕਰ ਦਿਓ ਜਰ ਤੁਰਕ ਉਖਾਰੀ, ਤੇ ਆਪ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖੋ। ਮੈਂ ਆਪ ਦਾ ਸਰੀਰ ਤਿਆਗ ਕੇ ਭਾਵ ਤੁਹਾਡੀ ਥਾਂ ਮੈਂ ਸ਼ਹੀਦੀ ਦੇ ਦੇਵਾਂ ਸੱਚੇ ਪਾਤਸ਼ਾਹ, ਤੇ ਗਰੀਬ ਨਵਾਜ ਮੈਂ ਤੁਰਕਾਂ ਦੀਆਂ ਜੜ੍ਹਾਂ ਗਾਲ ਦੇਵਾਂਗਾ। ਤੁਮ ਬਿਨ ਜਗ ਮੈਂ ਰਹਿਣ ਨ ਪਾਵੈ, ਜੇ ਤੁਹਾਡੀ ਕਿਰਪਾ ਹੋਵੇ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਸੇਵਾ ਬਖਸ਼ੋ। ਤੁਹਾਡੇ ਤੋਂ ਬਿਨਾਂ ਇਸ ਸੰਸਾਰ ਤੇ ਰਹਿਣਾ ਮਹਾਰਾਜ ਸਾਨੂੰ ਪਿੱਛੋਂ ਬੜਾ ਔਖਾ ਹੈ, ਜਿਉਣਾ ਮਹਾਰਾਜ ਔਖਾ ਹੋ ਜਾਣਾ ਹੈ। ਅਬ ਪਰਲੋਕ ਚੱਲਣ ਬਨ ਆਵੈ, ਇਸ ਕਰਕੇ ਸੱਚੇ ਪਾਤਸ਼ਾਹ ਚੰਗਾ ਨਹੀਂ ਲੱਗਣਾ ਕੁਝ ਵੀ ਤੁਹਾਡੇ ਜਾਣ ਤੋਂ ਬਾਅਦ। ਬੇਨਤੀ ਕਬੂਲ ਕਰੋ ਪਾਤਸ਼ਾਹ ਜੀ, ਮੈਨੂੰ ਆਗਿਆ ਕਰੋ, ਹੁਕਮ ਕਰੋ, ਮੈਂ ਪਰਲੋਕ ਚਲਾ ਜਾਵਾਂ। ਦੇਹੋ ਆਗਿਆ ਮੈਂ ਕਰਾਂ ਚਲਾਨਾ, ਮਹਾਰਾਜ ਮੈਨੂੰ ਆਗਿਆ ਦੇ ਦਿਓ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਪਹਿਲਾਂ ਮੇਰਾ ਸਰੀਰ ਜਿਹੜਾ ਚੜ੍ਹਾਈ ਕਰ ਜਾਵੇ। ਆਪ ਰੱਖਾ ਤਨ ਕਾਲ ਮਹਾਨਾ, ਤੇ ਮਹਾਰਾਜ ਆਪ ਜੀ ਸੱਚੇ ਪਾਤਸ਼ਾਹ ਜੀ ਸਰੀਰ ਰੱਖੋ, ਅਜੇ ਲੰਮੀ ਉਮਰਾਂ ਭੋਗੋ ਸੱਚੇ ਪਾਤਸ਼ਾਹ ਗਰੀਬ ਨਵਾਜ। ਸ਼੍ਰੀ ਅਰਜਨ ਸੁਨ ਕਰ ਬਚ ਪ੍ਰੇਮ, ਪ੍ਰੇਮ ਦੇ ਭਰੇ ਅਰਥਮਲ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਜੀ ਨੇ ਕਹਿਓ ਰਹਾ ਤੁਮ ਤਨ ਜੋ ਤੁਸ਼ੇਮ, ਮਹਾਰਾਜ ਕਹਿੰਦੇ ਸੁਖ ਦੇ ਸਹਿਤ ਬਾਬਾ ਅਰਥਮਲ ਜੀ ਤੁਸੀਂ ਸਰੀਰ ਇੱਥੇ ਰੱਖੋ, ਭਾਵ ਤੁਸੀਂ ਅਜੇ ਲੰਮੀਆਂ ਉਮਰਾਂ ਮਾਣੋ। ਜਾਂ ਕਹਿ ਦਿੱਤਾ ਹੈ ਬਾਬਾ ਅਰਥਮਲ ਜੀ ਅਜੇ ਨਹੀਂ, ਤੁਸੀਂ ਸੁਖ ਦੇ ਸਹਿਤ ਅਜੇ ਜੀਵਨ ਬਤੀਤ ਕਰੋ ਜੀ। ਰਹੀ ਆਰ ਬਲ ਬਾਸੁਰ ਚਾਲੀ, ਕਿਉਂਕਿ ਕੇਵਲ ਤੇ ਕੇਵਲ ਸਵਾ ਮਹੀਨਾ ਜਿਹੜਾ ਕਹਿ ਲਓ 40 ਕੁ ਦਿਨ ਬਾਬਾ ਅਰਥਮਲ ਜੀ ਤੁਹਾਡੀ ਉਮਰ ਆ ਬਾਕੀ ਵੈ। ਤਬ ਤੁਮ ਕਾਇਆ ਤਜੋ ਸੁਖਾਲੀ, ਤੇ ਤੁਸੀਂ ਉਸ ਤੋਂ ਬਾਅਦ ਸੌਖੀ ਹੀ ਕਾਇਆ ਜਿਹੜੀ ਆ ਸਰੀਰ ਛੱਡ ਦਿਓਗੇ। 40 ਕੁ ਦਿਨ ਤੁਹਾਡੀ ਅਜੇ ਉਮਰ ਬਾਕੀ ਰਹਿ ਗਈ ਹੈ। ਮਿਲਹਾ ਆਣ ਪਰਲੋਕ ਸਮੋਹੀ, ਤੇ ਪਰਲੋਕ ਸੱਚਖੰਡ ਵਸੈ ਨਿਰੰਕਾਰ, ਉਸ ਅਸਥਾਨ ਤੇ ਤੁਸੀਂ ਫਿਰ ਸਾਡੇ ਵਿੱਚ ਹੀ ਜਾ ਮਿਲ ਜਾਣਾ। ਸਾਡੀ ਸ਼ਹੀਦੀ ਪਹਿਲਾਂ ਹੋਵੇਗੀ, ਉਸ ਤੋਂ ਕੋਈ 40 ਕੁ ਦਿਨ ਬਾਅਦ ਤੁਸੀਂ ਸਰੀਰ ਤਿਆਗੋਗੇ ਤੇ ਸਾਡੇ ਵਿੱਚ ਆਣ ਮਿਲ ਜਾਵੋਗੇ। ਨਹਿ ਬਿਜੋਗ ਬਹੁ ਦਿਨ ਕੋ ਹੋਹੀ, ਤੁਹਾਡਾ ਸਾਡੇ ਨਾਲ ਕੋਈ ਬਹੁਤੇ ਦਿਨਾਂ ਦਾ ਵਿਛੋੜਾ ਨਹੀਂ ਹੋਵੇਗਾ, ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ। ਇਮਦੈ ਧੀਰਜ ਰਾਖਿਓ ਪਾਸੀ, ਧੀਰਜ ਦੇ ਕੇ ਸੱਚੇ ਪਾਤਸ਼ਾਹ ਜੀਆਂ ਬਾਬਾ ਅਰਥਮਲ ਨੂੰ ਕੋਲ ਰੱਖ ਲਿਆ ਹੈ। ਅਨੇਕ ਰੀਤ ਕੀ ਕਥਾ ਪ੍ਰਕਾਸ਼ੀ, ਤੇ ਜਾਣ ਨਹੀਂ ਦਿੱਤਾ ਇੱਥੇ ਰਾਤ ਬਾਬਾ ਅਰਥਮਲ ਜੀ ਵੀ ਰੁਕੇ ਹੈ। ਅਨੇਕਾਂ ਤਰ੍ਹਾਂ ਦੀ ਕਥਾ ਹੋਰ ਬੇਅੰਤ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਦੀ ਕਿਰਿਆ ਉਪਦੇਸ਼ ਸਿੱਖਿਆ ਸਾਰੀ ਰਾਤ ਬਖਸ਼ਿਸ਼ ਕੀਤੇ ਹੈ। ਲੰਗਰ ਲੱਗਿਓ ਹੋਣ ਗੁਰ ਕੇਰਾ, ਤੇ ਇਸੇ ਤਰ੍ਹਾਂ ਸਾਧ ਸੰਗੀ ਪਾਤਸ਼ਾਹ ਹੋਰ ਬੇਅੰਤ ਤਰ੍ਹਾਂ ਦੀਆਂ ਬਾਤਾਂ ਤੋਂ ਉਪਦੇਸ਼ ਸਿੱਖਿਆ ਭਾਈ ਅਰਥਮਲ ਜੀ ਨਾਲ ਕਰਦੇ ਆ। ਤੇ ਇੰਨੇ ਨੂੰ ਪਰਿਵਾਰ ਵੱਲੋਂ ਲੰਗਰ ਫਿਰ ਤਿਆਰ ਹੋਣ ਲੱਗਿਆ ਹੈ। ਅਰ ਪਹਿ ਸੰਗਤ ਆਨ ਕਨੇਰਾ, ਤੇ ਸੰਗਤਾਂ ਰਸਤ ਦਾ ਪ੍ਰਬੰਧ ਕਰ ਰਹੀਆਂ। ਸਤਿਗੁਰੂ ਸਜੇ ਹੋਏ ਆ, ਕੋਈ ਸਾਧ ਸੰਗੀ ਦਾਲਾਂ, ਕੋਈ ਕਣਕ, ਕੋਈ ਸਬਜ਼ੀ, ਕੋਈ ਹੋਰ ਬੇਅੰਤ ਤਰ੍ਹਾਂ ਦੀਆਂ ਵਸਤਾਂ ਲੈ ਲੈ ਕੇ ਤੇ ਸੱਚੇ ਪਾਤਸ਼ਾਹ ਦੇ ਘਰ ਹਜ਼ੂਰ ਮਹਾਰਾਜ ਦੇ ਹਾਜ਼ਰ ਹੋ ਰਹੇ ਹਨ। ਆਵਹਿ ਸਿੱਖ ਟੋਲ ਕਰ ਘਨੇ, ਤੇ ਬੇਅੰਤ ਸਿੱਖ ਜਿਹੜੇ ਆ ਗੁਰੂ ਅਰਜਨ ਦੇਵ ਸਾਹਿਬ ਨੂੰ ਲੱਭ ਲੱਭ ਕੇ ਆ ਰਹੇ ਆ। ਤੇ ਜਾਂ ਕਹੋ ਟੋਲੇ ਬਣਾ ਬਣਾ ਕੇ, ਜਥੇ ਬਣਾ ਬਣਾ ਕੇ ਹਜ਼ੂਰ ਦੇ ਪੇਸ਼ ਹੋ ਰਹੇ ਹਨ। ਪੂਜ ਪੂਜ ਗਮਨ ਹੈ ਸੁਖ ਕਰਨ ਸਨੇ, ਸੁਖ ਦੇ ਸਹਿਤ ਗਰੀਬ ਨਵਾਜ ਨੂੰ ਪੂਜ ਪੂਜ ਕੇ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਵਾਪਸ ਮੁੜ ਰਹੇ ਹੈ। ਸ਼੍ਰੀ ਅਰਜਨ ਕੋ ਪੁਰ ਅਗਵਾਨੂ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਰੇ ਸਿੱਖਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਅਰਦਾਸਾਂ ਕਰਦੇ ਆ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸਾਰਿਆਂ ਦੀਆਂ ਅਰਦਾਸਾਂ ਜਿਹੜੀਆਂ ਹਨ ਉਹ ਸ਼ਰਵਣ ਕਰ ਰਹੇ ਹੈ।
ਤੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਇੱਥੇ ਆਉਣ ਦੀ, ਲਾਹੌਰ ਆਉਣ ਦੀ ਜਿਹੜੀ ਗੱਲਬਾਤ ਹੈ, ਪਸਰੀ ਸੁਧ ਲਗ ਦੀਰਘ ਭਵਨੁ। ਛੋਟਿਆਂ ਦੇ ਵੱਡਿਆਂ, ਗਰੀਬ ਅਮੀਰਾਂ ਦੇ ਸਾਰਿਆਂ ਦੇ ਘਰਾਂ ਵਿੱਚ ਖਬਰ ਫੈਲ ਗਈ ਹੈ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਨਗਰ ਲਾਹੌਰ ਭਾਈ ਸੱਧੂ ਜੀ ਦੇ ਘਰ ਠਹਿਰੇ ਹੋਏ ਹਨ। ਸ਼ਰਧਾ ਸਹਿਤ ਭਾਉ ਕੋ ਧਰ ਧਰ। ਸੰਗਤਾਂ ਸ਼ਰਧਾ ਧਾਰ ਧਾਰ ਕੇ, ਪ੍ਰੇਮ ਹਿਰਦੇ ਵਿੱਚ ਧਾਰ ਧਾਰ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਕਰਨ ਆ ਰਹੀਆਂ ਨੇ। ਜਾਹੇ ਸੰਗਤਾ ਆਨੰਦ ਕਰ ਕਰ। ਤੇ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਦੇ ਸਹਿਤ ਪਿੱਛੇ ਮੁੜਦੀਆਂ ਹਨ। ਹਜ਼ੂਰ ਦੇ ਹਿਰਦੇ ਅੰਦਰ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਹਿਰਦੇ ਚੋਂ ਪ੍ਰੇਮ ਝਲਕਦਾ ਸੰਗਤ ਵਾਸਤੇ, ਤੇ ਸੰਗਤ ਹਜ਼ੂਰ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ, ਸਾਧ ਸੰਗਤ ਜੀ, ਜੇ ਕੋਈ ਦੁਖੀ ਕਲੇਸ਼ੀ, ਕੋਈ ਮਨ ਵਿੱਚ ਸਾੜਾ ਹੈ ਜਾਂ ਕਿਸੇ ਤਰ੍ਹਾਂ ਦਾ ਦੁੱਖ ਰੋਗ, ਮਨ ਦੇ ਰੋਗੀ ਜਿੰਨੇ ਵੀ ਆਉਂਦੇ ਆ ਆਦੀ ਵਾਲੇ, ਹਜ਼ੂਰ ਦੇ ਸੁੰਦਰ ਦਰਸ਼ਨ ਕਰ ਕਰਕੇ ਨਦਰੋ ਨਦਰ ਨਿਹਾਲ ਹੁੰਦੇ ਮਨ ਕਰਕੇ, ਸਰੀਰ ਦੇ ਵਿਆਧੀ ਰੋਗ ਵਾਲੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਿਰੋਗ ਹੋ ਕੇ ਮੁੜਦੇ ਆ। ਬੇਅੰਤ ਕੀਰਤੀ ਸੋਭਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਪਸਰ ਰਹੀ ਹੈ। ਸੁਜਾਸ ਉਚਾਰਤ ਨਰ ਤ੍ਰਿਯ ਕਰ ਕਰ। ਦੁਖੀ ਸੰਗਤਾਂ ਸੁਖੀ ਹੋ ਕੇ ਨਿਕਲਦੀਆਂ ਭਾਈ ਸੱਧੂ ਜੀ ਦੇ ਘਰੋਂ, ਤੇ ਜਿੰਨੇ ਪਾਸੇ ਆਸੇ ਦੀ ਸਿੱਖ ਸੰਗਤ ਘਰਾਂ ਨੂੰ ਜਾਂਦੀ ਹੈ, ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸੋਭਾ ਕਰਦੇ, ਜੈ ਜੈਕਾਰ ਕਰਦੇ ਮੁੜਦੇ ਹਨ। ਉਪਦੇਸ਼ਤ ਨਿਤ ਸਿਮਰ ਹਰ ਹਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਦਾ ਉਪਦੇਸ਼ ਕਰਦੇ ਆ, ਭਾਈ ਸਾਰਿਆਂ ਨੂੰ ਸਿਮਰੋ, ਯਾਦ ਕਰੋ ਸਦਾ ਨਿਤ ਹੀ ਰੋਜ਼ ਹਰ 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 ਹਰ। ਹਰੀ ਪਰਮੇਸ਼ਰ ਨੂੰ ਨਿਤ ਪ੍ਰਤੀ, ਅਬ ਨਹੀਂ, ਕੱਲ ਨੂੰ ਨਹੀਂ, ਪਰਸੋਂ ਨਹੀਂ, ਸਾਸ ਗਿਰਾਸ ਸਦਾ ਹੀ ਪਰਮੇਸ਼ਰ ਨੂੰ ਧਿਆਉਂਦੇ ਰਹਿਣਾ। ਇਹੋ ਜਿਹਾ ਪਾਵਨ ਪਵਿੱਤਰ ਉਪਦੇਸ਼ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਜੇ ਹੋਏ ਭਾਈ ਸੱਧੂ ਜੀ ਦੇ ਗ੍ਰਹਿ ਵਿਖੇ ਬਖਸ਼ਿਸ਼ਾਂ ਕਰ ਰਹੇ ਹੈ। ਬੇਅੰਤ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਕਰਕੇ ਖਾਲਸਾ ਜੀ ਨਦਰੋ ਨਦਰ ਨਿਹਾਲ ਹੋ ਰਹੀਆਂ। ਇਹੋ ਜਿਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਭਾਈ ਸੱਧੂ ਜੀਆਂ ਦੇ ਘਰ ਨੂੰ ਸਾਧ ਸੰਗਤ ਦੀ ਭਾਗ ਲਾਏ, ਬੇਅੰਤ ਬਰਕਤਾਂ ਮਿਹਰਾਮਤਾਂ ਦੇ ਨਾਲ ਨਿਵਾਜਿਆ। ਹਿਰਦੇ ਦੀ ਖਿੱਚ ਸੀ ਸੱਚੇ ਪਾਤਸ਼ਾਹ ਕਿਤੇ ਇਸ ਗਰੀਬ ਦੇ ਘਰ ਵਿੱਚ ਵੀ ਚਰਨ ਪਾ ਕੇ ਨਦਰੋ ਨਦਰ ਨਿਹਾਲ ਕਰੋ। ਇਹੋ ਜਿਹੇ ਸਾਧ ਸੰਗਤ ਜੀ ਗਰੀਬ ਨਵਾਜ ਦੀਨਾ ਬੰਧੂ ਧੰਨ ਗੁਰੂ ਅਰਜਨ ਦੇਵ ਸਾਹਿਬ, ਇਹ 10 ਪਾਤਸ਼ਾਹੀਆਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖਾਲਸਾ ਜੀ ਦਰਸ਼ਨ ਬਖਸ਼ ਕੇ ਨਾ ਤੇ ਬੇਅੰਤ ਜੀਵਾਂ ਦੀ ਕਲਿਆਣ ਕੀਤੀ ਹੈ। 10 ਜਾਮਿਆਂ ਵਿੱਚ ਮਨੋਂ ਪਰਮੇਸ਼ਰ ਪਰਤਿਆ, ਪਰਮੇਸ਼ਰ ਵਰਤਿਆ ਹੈ, ਤੇ 10 ਜਾਮਿਆਂ ਵਿੱਚ ਵਰਤ ਕੇ ਅਕਾਲ ਪੁਰਖ ਪਰਮੇਸ਼ਰ ਨੇ ਨਾਮ ਸਿਮਰਨ ਪ੍ਰੇਮਾ ਭਾਉ ਭਗਤੀ ਦਾ ਇਹੋ ਜਿਹਾ ਡੰਕ ਵਜਾਇਆ। 11ਵੇਂ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਜੀਆਂ ਨੂੰ ਇਹ ਗੁਰਤਾ ਤਖਤ ਬਖਸ਼ਿਸ਼ ਕਰਕੇ ਜੁਗੋ ਜੁਗ ਅਟਲ ਕਰ ਦਿੱਤਾ, ਤਾਂ ਕਿ ਸਾਧ ਸੰਗਤ ਜੀ ਸਾਡੇ ਵਰਗੇ ਪਾਪੀਆਂ ਦਾ ਜੁਗਾਂ ਜੁਗਾਂ ਤੱਕ ਕਲਿਆਣ ਹੁੰਦਾ ਰਹੇ। ਜਦੋਂ ਵੀ ਬਾਣੀ ਪੜ੍ਹਨ ਉਦੋਂ ਹੀ ਇਹਨਾਂ, ਕਿਉਂਕਿ ਸਤਿਗੁਰਾਂ ਦੀ ਬਾਣੀ ਸਾਧ ਸੰਗਤ ਜੀ ਸਦਾ ਨਵੀਂ ਹੈ। ਪਹਿਲਾਂ ਵੀ ਸੱਚੇ ਪਾਤਸ਼ਾਹ ਦੀ ਬਾਣੀ ਜੋ ਕਹਿ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ, ਉਹ ਸੱਤ ਰਹੇ ਆ, ਹੁਣ ਵੀ ਸੱਤ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਤ ਹੈ। ਜੁਗਾਂ ਜੁਗਾਂ ਤੱਕ ਇਹ ਬਾਣੀ ਸਾਡੀ ਕਲਿਆਣ ਕਰਦੀ ਰਹੇਗੀ। ਸਤਿਗੁਰਾਂ ਸਾਨੂੰ ਜਿਵੇਂ ਸੱਚੇ ਪਾਤਸ਼ਾਹ ਜੀਆਂ ਬਾਣੀ ਦੇ ਲੜ ਲਾਇਆ, ਖਾਲਸਾ ਜੀ ਨਾਮ ਸਿਮਰਨ ਕਰਕੇ ਆਪਣਾ ਮਨੁੱਖਾ ਜਨਮ ਜਿਹੜਾ ਉਹ ਸਫਲ ਕੀਤਾ ਜਾ ਸਕਦਾ ਹੈ। ਭਾਵੇਂ ਸਰੀਰ ਝੂਠਾ ਹੈ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਹੋ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਓ ਚਿਤ ਲਾਇਆ। ਇਹ ਸਰੀਰ ਨੂੰ ਵੀ ਪ੍ਰਵਾਨ ਦੱਸਿਆ ਗਰੀਬ ਨਵਾਜ ਨੇ ਵੀ ਇਹ ਮਿੱਟੀ ਵੀ ਪ੍ਰਵਾਨ ਹੈ ਜੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੇ ਸਿਮਰਨ ਵਿੱਚ ਚਿੱਤ ਲਾਵੇ ਤਾਂ। ਕਿਉਂਕਿ ਸਰੀਰ ਕਰਕੇ ਖਾਲਸਾ ਜੀ ਆਪਾਂ ਨੂੰ ਇਹ ਸਾਰੀ ਬਾਣੀ ਪੜ੍ਹ ਸੁਣ ਰਹੇ ਹਾਂ। ਤੋ ਸੱਚੇ ਪਾਤਸ਼ਾਹ ਕਹਿੰਦੇ ਜਬ ਇਹ ਕਾਇਆ ਦੇਹ ਨਾ ਹੋਤੀ ਤਉ ਮਨ ਕੈਠੈ ਰਹਿਤਾ। ਜੇ ਸਰੀਰ ਨਾ ਹੋਵੇ ਤੇ ਇਹ ਮਨ ਨੇ ਸਤ ਸੰਗ ਦੀ ਆਤਮਾ ਨੇ ਕਿੱਥੇ ਰਹਿਣਾ ਸੀਗਾ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹ ਸੁਣ ਕਰਕੇ ਜਿਹੜਾ ਹੈ ਆਪਾਂ ਸਦਾ ਸੁਖ ਲਾਹਾ ਪ੍ਰਾਪਤ ਕਰੀਏ ਜੀ। ਤੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇੱਕ ਮੰਗਲ ਸਾਧ ਸੰਗ ਜੀ ਕੁਝ ਸਮਾਂ ਪਿਆ 5-10 ਮਿੰਟ ਦੇ ਕਰੀਬ, ਤੇ ਧੰਨ 10 ਪਾਤਸ਼ਾਹੀਆਂ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਮਹਿਮਾ ਮੰਗਲ ਪੜ੍ਹ ਕਰਕੇ ਉਪਰੰਤ ਸਮਾਪਤੀ ਕਰੀਏ ਜੀ।
ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ हे अच्युत हे पार ब्रह्म अविनाशी अघनाश हे पूरन हे सर्व मैं दुख भंजन गुणतास। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪਾਤਸ਼ਾਹ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਰਧਾ ਸਹਿਤ ਭਾਵ ਕੋ ਧਰ ਧਰ, ਜਾਹੇ ਸੰਗਤਾ ਆਨੰਦ ਕਰ ਕਰ। ਸੁਜਾਸ ਉਚਾਰਤ ਨਰ ਤ੍ਰਿਯ ਕਰ ਕਰ, ਉਪਦੇਸ਼ਤ ਨਿਤ ਸਿਮਰਹੁ ਹਰ ਹਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਏ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਏ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।